ਜਸ ਪੰਜਾਬੀ ਦੇਖਦੇ ਹੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਐਂਡ ਅੱਜ ਅਸੀਂ ਪਹੁੰਚੇ ਹਾਂ ਸ਼ਿਕਾਗੋ ਇਲੀਨੋਏ, ਜਿੱਥੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਇਤਿਹਾਸਿਕ ਇੰਟਰਫੇਥ ਕਾਨਫਰੰਸ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਹੋ ਰਹੀ ਹੈ। ਐਂਡ ਇਸ ਕਾਨਫਰੰਸ ਦੇ ਵਿੱਚ ਸਿੱਖਾਂ ਦੀ ਕਿੰਨੇ ਵੱਡੇ ਲੈਵਲ ਤੇ ਹਾਜ਼ਰੀ ਲੱਗ ਰਹੀ ਹੈ ਉਹ ਅੱਜ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਖਾਵਾਂਗੇ। ਇਸ ਤੋਂ ਪਹਿਲੇ ਮੈਂ ਤੁਹਾਨੂੰ ਪ੍ਰੋਗਰਾਮ ਦੇ ਅੰਦਰ ਲੈ ਕੇ ਜਾਵਾਂ, ਮੈਂ ਥੋੜੀ ਜਿਹੀ ਬੈਕਗਰਾਉਂਡ ਦੇਣਾ ਚਾਹੁੰਦੀ ਹਾਂ। ਇਹ ਕਾਨਫਰੰਸ ਪਾਰਲੀਮੈਂਟ ਆਫ ਵਰਲਡ ਰਿਲੀਜਨਸ 1893 ਦੇ ਵਿੱਚ ਪਹਿਲੀ ਵਾਰੀ ਇੱਥੇ ਹੀ ਸ਼ਿਕਾਗੋ ਦੇ ਵਿੱਚ ਹੋਈ। ਉਸ ਟਾਈਮ ਸਿੱਖਾਂ ਦੀ ਕੋਈ ਹਾਜ਼ਰੀ, ਕੋਈ ਪ੍ਰੈਜ਼ੈਂਸ ਨਹੀਂ ਸੀਗੀ। ਹਿੰਦੂ ਧਰਮ ਰੈਪਰੈਜ਼ੈਂਟ ਜ਼ਰੂਰ ਸੀਗਾ ਬਟ ਸਿੱਖਾਂ ਦੀ ਕੋਈ ਰੈਪਰੈਜ਼ੈਂਟੇਸ਼ਨ ਨਹੀਂ ਸੀਗੀ। ਫਾਸਟ ਫੋਰਵਰਡ 100 ਇਅਰਸ, ਜਦੋਂ 1993 ਦੇ ਵਿੱਚ ਇਹ ਪਾਰਲੀਮੈਂਟ ਇੰਟਰਫੇਥ ਕਾਨਫਰੰਸ ਇੱਕ ਵਾਰੀ ਫਿਰ ਸ਼ਿਕਾਗੋ ਪਹੁੰਚੀ, ਉਸ ਟਾਈਮ ਸਿੱਖਾਂ ਨੇ ਇਹਦੇ ਵਿੱਚ ਹਿੱਸਾ ਲਿੱਤਾ। ਐਂਡ ਫਾਸਟ ਫੋਰਵਰਡ ਟੂ ਟੁਡੇ, ਅੱਜ ਤੁਸੀਂ ਵੇਖੋ ਕਿ ਸਿੱਖਾਂ ਦਾ ਲੰਗਰ, ਗੁਰੂ ਦਾ ਲੰਗਰ ਇੱਥੇ ਲੱਗਿਆ ਹੋਇਆ ਹੈ, ਜੋ ਕਿ ਪੂਰੀ ਕਾਨਫਰੰਸ ਦੇ ਦੌਰਾਨ ਅੱਜ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਸਜਣਾ ਹੈ। 8000 ਤੋਂ ਵੱਧ ਲੋਕੀ ਵੱਖ-ਵੱਖ ਧਰਮਾਂ ਤੋਂ, ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਇੱਥੇ ਆ ਕੇ ਗੁਰੂ ਦਾ ਲੰਗਰ ਦਾ ਆਨੰਦ ਲੈਣਗੇ, ਕੀਰਤਨ ਦਾ ਆਨੰਦ ਲੈਣਗੇ, ਸਿੱਖੀ ਅਤੇ ਸਿੱਖਾਂ ਦੀ ਪਰੰਪਰਾਵਾਂ, ਸਾਡੇ ਧਰਮ ਬਾਰੇ ਸਿੱਖਣਗੇ। ਸੋ ਅੱਜ ਤੁਹਾਨੂੰ ਇਸ ਕਾਨਫਰੰਸ ਦੀ ਥੋੜੀ ਜਿਹੀ ਝਲਕ ਦਿਖਾਵਾਂਗੇ। ਕੁਝ ਆਰਗੇਨਾਈਜ਼ਰਸ, ਖਾਸ ਕਰਕੇ ਸੇਵਾਦਾਰ ਜੋ ਕਿ ਲੰਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ, ਜਿਸ ਤਰ੍ਹਾਂ ਨਿਸ਼ਕਾਮ ਸੇਵਕ ਜੱਥਾ ਜੋ ਕਿ UK ਤੋਂ 100 ਤੋਂ ਵੱਧ ਵੋਲੰਟੀਅਰਸ ਦੇ ਨਾਲ ਇੱਥੇ ਆਇਆ, ਉਹਨਾਂ ਦੇ ਨਾਲ ਤੁਹਾਡੀ ਗੱਲ ਕਰਾਵਾਂਗੇ। ਐਂਡ ਆਫ ਕੋਰਸ ਜੋ ਲੋਕਲ ਇੱਥੇ ਆਰਗੇਨਾਈਜ਼ਿੰਗ ਕਮੇਟੀ ਹੈਗੀ, ਗੁਰਦੁਆਰਾ ਸਾਹਿਬ ਪੈਲੈਂਟਾਈਨ ਦੇ ਕਮੇਟੀ ਮੈਂਬਰਸ ਵੀ ਇੱਥੇ ਮੌਜੂਦ ਹਨ, ਉਹਨਾਂ ਦੇ ਵੱਲੋਂ ਵੀ ਵੱਡੀ ਸੇਵਾਵਾਂ ਇੱਥੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਭਾਵੇਂ ਉਹ ਲੰਗਰ ਦੇ ਵਿੱਚ ਹੈਲਪ ਦੀ ਗੱਲ ਹੋਏ, ਜਿੱਥੇ ਵੱਖ-ਵੱਖ ਦਿਨ ਵੱਖ-ਵੱਖ ਮੈਨਿਊਜ਼ ਤਿਆਰ ਕੀਤੇ ਗਏ ਹਨ, ਜਾਂ ਜੋ ਇੱਥੇ ਅਟੈਂਡੀਜ਼ ਆਏ ਹੋਏ ਹਨ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣ ਦੀ ਸੇਵਾ ਹੋਏ। ਬਿਕੋਜ਼ ਆਫ ਕੋਰਸ ਜੋ ਇੱਥੇ ਬਾਕੀ ਧਰਮਾਂ ਤੋਂ ਅਟੈਂਡੀਜ਼ ਆਏ ਹੋਏ ਹਨ, ਡੈਲੀਗੇਟਸ ਆਏ ਹੋਏ ਹਨ, ਉਹਨਾਂ ਨੂੰ ਇੱਕ ਮੌਕਾ ਮਿਲਿਆ ਹੈ ਗੁਰਦੁਆਰਾ ਸਾਹਿਬ ਜਾ ਕੇ ਹੋਰ ਸਿੱਖੀ ਬਾਰੇ ਅਤੇ ਸਿੱਖਿਜ਼ਮ ਬਾਰੇ ਸਿੱਖਣ ਦਾ। ਸੋ ਅੱਜ ਅਸੀਂ ਤੁਹਾਨੂੰ ਸਾਰਿਆਂ ਦੇ ਨਾਲ ਵਾਕਿਫ ਕਰਾਵਾਂਗੇ, ਬਟ ਮੈਂ ਇੱਥੇ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਸਾਡੀ ਟੀਮ ਇਸ ਕਾਨਫਰੰਸ ਨੂੰ ਕਵਰ ਕਰਨ ਲਈ ਸ਼ਿਕਾਗੋ ਦੇ ਵਿੱਚ ਹਾਜ਼ਰ ਹੈ। ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਅਟੈਂਡੀਜ਼, ਖਾਸ ਕਰਕੇ ਸਾਡੀ ਕਮਿਊਨਿਟੀ ਦੇ ਜੋ ਜਥੇਬੰਦੀਆਂ ਹਨ ਜੋ ਕਿ ਇੱਥੇ ਆਪ ਦੀ ਮੈਸੇਜਸ, ਆਪ ਦੀ ਫਿਲਮਸ, ਆਪ ਦੀ ਐਡਵੋਕੇਸੀ ਲੈ ਕੇ ਹਾਜ਼ਰ ਹੋਏ ਹਨ, ਉਹਨਾਂ ਸਾਰਿਆਂ ਦੇ ਨਾਲ ਤੁਹਾਡੀ ਗੱਲ ਕਰਾਵਾਂਗੇ। ਇਨਫੈਕਟ ਕੁਝ ਇਹੋ ਜਿਹੀ ਵੀ ਸੰਸਥਾਵਾਂ ਜਿਨ੍ਹਾਂ ਦੇ ਨਾਲ ਤੁਸੀਂ ਬਹੁਤ ਵਾਕਿਫ ਹੋ ਇੱਥੇ ਮੌਜੂਦ ਹਨ, ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ। ਬਟ ਸਭ ਤੋਂ ਪਹਿਲੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ, ਇਹ ਕਨਵੈਨਸ਼ਨ, ਇਹ ਕਾਨਫਰੰਸ ਇੱਕ ਬਹੁਤ ਹੀ ਵੱਡੇ ਲੈਵਲ ਤੇ ਹੋ ਰਹੀ ਹੈ। ਮਕੋਰਮਿਕ ਪਲੇਸ ਜੋ ਕਿ ਸ਼ਿਕਾਗੋ ਦਾ ਸਭ ਤੋਂ ਵੱਡਾ ਕਨਵੈਨਸ਼ਨ ਸੈਂਟਰ ਹੈਗਾ, ਉੱਥੇ ਅਸੀਂ ਮੌਜੂਦ ਹਨ। ਸੋ ਬਿਫੋਰ ਵੀ ਡੂ ਦ ਲੰਗਰ, ਮੈਂ ਤੁਹਾਨੂੰ ਕਨਵੈਨਸ਼ਨ ਸੈਂਟਰ ਦੇ ਅੰਦਰ ਦੇ ਕੁਝ ਨਜ਼ਾਰੇ ਦਿਖਾਉਣਾ ਚਾਹੁੰਦੀ ਹਾਂ, ਕਿਸ ਤਰ੍ਹਾਂ ਵੱਖ-ਵੱਖ ਧਰਮਾਂ ਦੀ ਰੈਪਰੈਜ਼ੈਂਟੇਸ਼ਨ ਹੋਈ ਹੈ ਤੇ ਸਿੱਖਾਂ ਦਾ ਜੋ ਬੂਥ ਹੈਗਾ ਉੱਥੇ ਕੀ ਕੁਝ ਲਿਖਿਆ ਹੋਇਆ ਹੈ, ਪੋਰਟਰੇ ਕੀਤਾ ਗਿਆ, ਉਹ ਤੁਹਾਨੂੰ ਸਾਰੀ ਚੀਜ਼ਾਂ ਦਿਖਾਵਾਂਗੇ। ਆਓ ਚੱਲਦੇ ਹਾਂ ਕਨਵੈਨਸ਼ਨ ਸੈਂਟਰ ਦੇ ਅੰਦਰ। ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਕਨਵੈਨਸ਼ਨ ਸੈਂਟਰ ਦੇ ਹੁਣ ਕੁਝ ਨਜ਼ਾਰੇ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਅਮਰੀਕਨ ਸਿੱਖ ਕਾਉਂਸਲ ਵੱਲੋਂ ਟਰਬਨ ਟਾਈਂਗ ਵੀ ਹੋ ਰਹੀ ਹੈ। ਕਿਸ ਤਰ੍ਹਾਂ ਦੂਜੇ ਧਰਮਾਂ ਦੇ ਲੋਕਾਂ ਨੂੰ ਪੱਗਾਂ ਬੰਨ੍ਹੀਆਂ ਜਾ ਰਹੀਆਂ ਨੇ, ਇਹ ਪੱਗਾਂ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਅੱਜ ਅਸੀਂ ਸਾਰਾ ਦਿਨ ਇੱਥੇ ਹੀ ਹਾਂ, ਮੈਨੂੰ ਥਾਂ ਤੇ ਇਹ ਨੀਲੀ ਪੱਗ ਦਿਸ ਰਹੀ ਹੈ। ਸੋ ਆਈ ਲਵ ਸੀਇੰਗ ਇਟ। ਕਵਨੀਤ ਸਿੰਘ ਜੀ ਅਮਰੀਕਨ ਸਿੱਖ ਕਾਉਂਸਲ ਵੱਲੋਂ ਸਾਡੇ ਨਾਲ ਜੁੜੇ ਹਨ। ਕਵਨੀਤ ਸਿੰਘ ਜੀ, ਤੁਹਾਡੇ ਵੱਖ-ਵੱਖ ਸੈਸ਼ਨਸ ਵੀ ਹੈਗੇ ਜਿੱਥੇ ਤੁਸੀਂ ਬੋਲ ਰਹੇ ਹੋ, ਬਟ ਅੱਜ ਅਮਰੀਕਨ ਸਿੱਖ ਕਾਉਂਸਲ ਵੱਲੋਂ ਖਾਸ ਕਰਕੇ ਇਹ ਜੋ ਟੀਮ ਇੱਥੇ ਆਈ ਹੋਈ ਹੈ, ਤੁਸੀਂ ਕੀ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਆਪਣੀ ਰੈਪਰੈਜ਼ੈਂਟੇਸ਼ਨ ਇੱਥੇ ਕੀ ਮੈਸੇਜ ਲੈ ਕੇ ਜਾ ਰਹੀ ਹੈ? ਇੱਥੇ ਸਾਡਾ ਜਿਹੜਾ ਪ੍ਰਾਇਮਰੀ ਮੁੱਦਾ ਹੈਗਾ ਜੀ, ਕਿ ਜਿੰਨੇ ਜਿਹੜਾ ਸਾਡਾ ਸਿੱਖੀ ਦਾ ਜਿਹੜਾ ਹੈਗਾ ਪੱਖ, ਇੰਟਰਫੇਥ ਵੱਲ, ਸੇਵਾ ਵੱਲ, ਉਸ ਪਾਸੇ ਜ਼ਿਆਦਾ ਅਸੀਂ ਐਕਸਪਲੇਨ ਕਰ ਰਹੇ ਹਾਂ, ਲੋਕਾਂ ਨੂੰ ਦੱਸ ਰਹੇ ਹਾਂ ਉਹਨਾਂ ਨੂੰ ਕਿ ਕੀ ਹੈਗਾ। ਐਂਡ ਜਿਹੜਾ ਇੱਥੇ ਆਲਰੇਡੀ ਲੰਗਰ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਵਾਧਾ ਹੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਲੰਗਰ ਦੀ ਜਿਹੜੀ ਇੱਥੇ ਪ੍ਰਥਾ ਪਹਿਲਾਂ ਵੀ ਬੜੇ ਸਾਲਾਂ ਤੋਂ ਚੱਲ ਰਹੀ ਹੈ। ਜਿਹੜੇ ਇਸ ਤੋਂ ਪਹਿਲਾਂ ਜਿਹੜੇ ਪਾਰਲੀਮੈਂਟਸ ਹੋਈਆਂ ਨੇ, ਬਹੁਤ ਹਮਾ ਕੇ ਸਾਰੇ ਸਿੱਖਾਂ ਨੇ ਰਲ ਕੇ ਕੀਤਾ। ਸੋ ਜਿਹੜਾ ਸਾਡਾ ਟੇਬਲ ਇੱਥੇ ਜਿਹੜੇ ਬਰੋਸ਼ਰਸ ਅਸੀਂ ਵੰਡ ਰਹੇ ਹਾਂ, ਅਸੀਂ ਸਵਾਲ ਜਵਾਬ ਕਰ ਰਹੇ ਹਾਂ, ਉਹ ਉਸੇ ਨੂੰ ਉਹਦੇ ਨਾਲ ਅਸੀਂ ਐਡ ਕਰ ਰਹੇ ਹਾਂ ਕਿ ਕੀ
ਸਾਡੀ ਸਿੱਖੀ ਦੇ ਵੈਲਿਊਜ਼ ਕੀ ਨੇ ਆਫ ਬ੍ਰਦਰਹੁੱਡ ਸਿਸਟਰਹੁੱਡ ਤੇ ਫਰਟਰਨਿਟੀ ਤੇ ਜਿਹੜਾ ਸਾਡਾ ਸਿਸਟਮ ਹੈਗਾ ਜਿੱਥੇ ਵੀ ਅਸੀਂ ਨਿਹੱਤਿਆਂ ਦੇ ਉੱਤੇ ਨਾਲ ਖਲੋਣ ਨੂੰ ਤਿਆਰ ਹੋ ਜਾਂਦੇ ਹਾਂ ਤੇ ਇਹ ਜਿਹੜਾ ਪੱਖ ਹੈਗਾ ਬੜਿਆਂ ਨੇ ਇੱਥੇ ਅਪਰੀਸ਼ੀਏਟ ਕੀਤਾ ਕਿ ਸਾਨੂੰ ਨਹੀਂ ਸੀ ਪਤਾ ਇਸ ਗੱਲਾਂ ਬਾਰੇ। ਸੋ ਸਾਡੇ ਨਾਲ ਸਰ ਪ੍ਰੀਤਮੋਹਨ ਸਿੰਘ ਹੈਗੇ ਨੇ, ਸਾਡੇ ਦੂਜੇ ਮੈਂਬਰ ਹੈਗੇ ਨੇ ਸਰ ਸਤਿੰਦਰ ਸਿੰਘ, ਸੋ ਇਹ ਵੀ ਨਾਲ ਆ ਕੇ ਇੱਥੇ ਮਦਦ ਕਰ ਰਹੇ ਨੇ ਤੇ ਸੋ ਸਾਡੇ ਕੁਝ ਮੈਂਬਰ ਹੋਰ ਨੇ ਉਹ ਬਿਜ਼ੀ ਨੇ ਇਸ ਵੇਲੇ ਕਿਤੇ ਸੈਸ਼ਨ ਚੱਲ ਰਹੇ ਨੇ ਤੇ ਕੱਲ੍ਹ ਸਾਡੇ ਤੇ ਪਰਸੋਂ 3 ਸੈਸ਼ਨ ਚੱਲ ਰਹੇ ਨੇ। ਇੱਕ ਜੈਨੋਸਾਈਡ 'ਤੇ ਹੋ ਰਿਹਾ, ਇੱਕ ਬੁਲਿੰਗ ਪ੍ਰੀਵੈਂਸ਼ਨ 'ਤੇ ਹੋ ਰਿਹਾ ਸਿੱਖ ਬੱਚਿਆਂ ਦਾ, ਤੇ ਤੀਜਾ ਹੈਗਾ ਪਾਣੀ ਦੇ ਮਸਲੇ ਜਿਹੜੇ ਪੰਜਾਬ 'ਚ ਨੇ ਉਹਦੇ 'ਤੇ ਸੈਸ਼ਨ ਹੋ ਰਿਹਾ। ਸੋ ਉਹ 3 ਸੈਸ਼ਨ ਹੋ ਰਹੇ ਨੇ, ਪਰ ਜਿਹੜੇ ਕੁਝ ਸੈਸ਼ਨਾਂ 'ਤੇ ਸਾਨੂੰ ਸੱਜਣ ਆ ਕੇ ਪੁੱਛ ਕੇ ਵੀ ਗਏ ਨੇ ਕਿ ਅਸੀਂ ਸੁਣਿਆ ਸੈਸ਼ਨ ਹੋ ਰਿਹਾ ਤੇ ਅਸੀਂ ਆ ਸਕਦੇ ਹਾਂ, ਅਸੀਂ ਸੈਸ਼ਨ ਹੈ ਹੀ ਇਹਦੇ ਵਾਸਤੇ। ਸੋ ਆ ਜੀ ਇਹਨਾਂ ਨਟਸ਼ੈਲ ਜੋ ਅਸੀਂ ਕਰ ਰਹੇ ਹਾਂ। Everybody is welcome. ਪ੍ਰੀਤਮੋਹਨ ਜੀ, ਤੁਹਾਡੇ ਨਾਲ ਸਾਡੇ ਦਰਸ਼ਕ ਆਲਰੇਡੀ ਵਾਕਿਫ ਹਨ, ਤੁਸੀਂ ਪਹਿਲੇ ਵੀ ਜਸ ਪੰਜਾਬੀ ਤੇ ਆਏ ਹੋਏ ਹੋ। ਅੱਜ ਇਸ ਇਵੈਂਟ ਬਾਰੇ ਖਾਸ ਕਰਕੇ ਜੋ ਆਪਣੀ ਲੋਕਲ ਇੱਥੇ ਮਿਡ ਵੈਸਟ ਦੀ ਸ਼ਿਕਾਗੋ ਦੀ ਸੰਗਤ ਹੈਗੀ ਉਹਨਾਂ ਦੇ ਵੱਲੋਂ ਅਮਰੀਕਨ ਸਿੱਖ ਕਾਉਂਸਲ ਵੱਲੋਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? मानस की जात सब एक के पहचान बो सारी दुनिया ਦੇ ਵਿਚਕਾਰ ਸਿਰਫ ਸਿੱਖ ਧਰਮ ਦੇ ਵਾਸਤੇ ਅਸੀਂ ਕਹਿੰਦੇ ਹੋਰ ਵੀ ਧਰਮ ਕਈ ਕਹਿੰਦੇ ਲੇਕਿਨ ਸਿੱਖ ਧਰਮ ਬੜੇ ਥੋੜ੍ਹਾ ਜਾ ਕੇ ਕਹਿੰਦਾ ਇਸ ਗੱਲ ਨੂੰ ਕਿ ਸਾਰੇ ਦੁਨੀਆ ਇੱਕ ਹੈਗੀ ਹੈ। ਅਸੀਂ ਸਾਨੂੰ ਕਿਹੜਾ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ, ਅਸੀਂ ਸਭ ਦਾ ਇੱਕ ਤਰ੍ਹਾਂ ਯੂਜ਼ ਕਰਨਾ, ਇੱਕ ਤਰ੍ਹਾਂ ਵਰਤਣਾ ਇਹਦਾ ਹਰ ਇੱਕ ਬੰਦੇ ਨਾਲ ਔਰ ਸਭ ਨੂੰ ਪਿਆਰ ਦਾ ਸੰਦੇਸ਼ ਦੇਵੇ ਕਿ ਸਿੱਖ ਉਹ ਹਨ ਜਿਹੜੇ ਹਰ ਦੁੱਖ ਦੇ ਵਿਚਕਾਰ ਸਭ ਤੋਂ ਪਹਿਲੇ ਉਸ ਘਰ 'ਚ ਪਹੁੰਚਦੇ ਹਨ। ਈਵਨ ਕਈ ਵਾਰੀ ਤਾਂ ਰੈੱਡ ਕਰਾਸ ਵੀ ਬੜੀ ਦੇਰ ਬਾਅਦ ਪਹੁੰਚਦੀ ਹੈ, ਸਿੱਖ ਵਲੰਟੀਅਰ ਉੱਥੇ ਪਹਿਲੇ ਪਹੁੰਚ ਕੇ ਸੇਵਾ ਵਾਸਤੇ ਪਹੁੰਚ ਜਾਂਦੇ ਹਨ। ਅਤੇ ਅਸੀਂ ਇਹਦਾ ਸੰਦੇਸ਼ ਵੀ ਸਿੱਖਇਜ਼ਮ ਕੀ ਹੈ, ਸਿੱਖ ਕੀ ਸੰਦੇਸ਼ ਦਿੰਦੇ ਹਨ, ਸਿੱਖ ਫੇਥ ਕਿਵੇਂ ਸਾਨੂੰ ਇੱਕ ਆਪਸੀ ਭਾਈਚਾਰਾ ਪਰਿਵਾਰ ਅਤੇ ਮਿਲਵਰਤਨ ਸਿਖਾਉਂਦਾ ਹੈ, ਇਸ ਬਾਰੇ ਸਾਡਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅਤੇ ਸਿੱਖਾਂ ਦੀ ਪਹਿਚਾਣ ਪੱਧਰੀ ਬਣਨ ਵਾਸਤੇ ਅਸੀਂ ਸਭ ਨੂੰ ਦਿੰਦੇ ਹਾਂ ਸੰਦੇਸ਼ ਵੀ ਜਿਹੜਾ ਵੀ ਬੰਨਣਾ ਚਾਹਵੇ ਪੱਗ ਉਹ ਪੱਗ ਦਸਤਾਰ ਸਜਾਵੇ ਅਤੇ ਗੁਰਸਿੱਖੀ ਸਰੂਪ ਵਿੱਚ ਆਵੇ। ਅਸੀਂ ਇਸ ਗੱਲ ਦਾ ਸੰਦੇਸ਼ ਦਿੰਦੇ ਹਾਂ ਸਭ ਨੂੰ। ਅਤੇ ਮੈਂ ਬਹੁਤ ਧੰਨਵਾਦੀ ਹਾਂ ਜਸ ਪੰਜਾਬੀ ਦਾ। ਜਸ ਪੰਜਾਬੀ ਨਾਲ ਮੈਂ ਪਹਿਲੇ ਦਾ ਪੇਚਾ ਦੱਸਦਾ ਵਾਂ, ਠੀਕ ਹੈ, ਤੁਸੀਂ ਦੱਸਿਆ ਤੁਸੀਂ, ਅਤੇ ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਆ ਕੇ ਸਾਨੂੰ ਇੱਥੇ ਕਵਰ ਕੀਤਾ। ਥੈਂਕ ਯੂ ਸੋ ਮਚ ਪ੍ਰੀਤਮੋਹਨ ਜੀ। ਕਵਨੀਤ ਸਿੰਘ ਜੀ, ਆਈ ਨੋ ਤੁਹਾਡਾ ਸੈਸ਼ਨ ਹੈ, ਤੁਸੀਂ ਦੌੜਨਾ ਹੈ। ਦਰਸ਼ਕਾਂ ਨੂੰ ਮੈਂ ਸਿਰਫ ਇਹ ਦੱਸਣਾ ਚਾਹੁੰਦੀ ਹਾਂ, ਲੰਗਰ ਦੀ ਚਰਚਾ ਹੋ ਰਹੀ ਹੈ ਇਸ ਇਵੈਂਟ ਤੋਂ ਪਹਿਲੇ ਵੀ ਅਸੀਂ ਤੁਹਾਨੂੰ ਇੱਥੇ ਦੇ ਜੋ ਲੰਗਰ ਦੇ ਕਿੰਨੇ ਵੱਡੇ ਲੈਵਲ 'ਤੇ ਗੈਦਰਿੰਗ ਹੋਣੀ ਉਹਦੇ ਬਾਰੇ ਦੱਸਿਆ। ਹੁਣ ਤੁਹਾਨੂੰ ਲੰਗਰ ਵੱਲ ਲੈ ਕੇ ਜਾਂਦੇ ਹਾਂ, ਦਿਖਾਉਂਦੇ ਹਾਂ ਕਿ ਅੱਜ ਦੇ ਦਿਨ ਜਿੱਥੇ ਇਹ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ ਕਿਸ ਤਰ੍ਹਾਂ ਦੇ ਨਜ਼ਾਰੇ ਗੁਰੂ ਦੇ ਲੰਗਰ ਦੇ ਵਿੱਚ ਹਾਜ਼ਰ ਹਨ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਹੈ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਸ ਪੰਜਾਬੀ ਦੀ ਟੀਮ ਇੱਥੇ ਸ਼ਿਕਾਗੋ ਦੇ ਵਿੱਚ ਮੈਕਕੋਰਮਿਕ ਪਲੇਸ ਕਨਵੈਨਸ਼ਨ ਸੈਂਟਰ ਪਹੁੰਚੀ ਹੋਈ ਹੈ। ਪਾਰਲੀਮੈਂਟ ਆਫ ਵਰਲਡ ਰਿਲੀਜਨਸ ਕਾਨਫਰੰਸ ਇਸ ਪੂਰਾ ਹਫਤਾ ਚੱਲ ਰਹੀ ਹੈ ਐਂਡ ਇੱਥੇ ਸਿੱਖ ਜਥੇਬੰਦੀਆਂ ਵੱਖ-ਵੱਖ ਦੁਨੀਆ ਦੇ ਕੋਨਿਆਂ ਤੋਂ ਆ ਕੇ ਆਪ ਦੀ ਹਾਜ਼ਰੀ ਮਨਾ ਰਹੇ ਐਂਡ ਆਫ ਕੋਰਸ ਜਿੱਥੇ ਸਿੱਖ ਪਹੁੰਚਦੇ ਹੈ ਉੱਥੇ ਗੁਰੂ ਦਾ ਲੰਗਰ ਵੀ ਪਹੁੰਚਦਾ ਹੈ। ਐਂਡ ਜਿਸ ਤਰ੍ਹਾਂ ਪਹਿਲੇ ਵੀ ਇਸ ਕਾਨਫਰੰਸ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਲੰਗਰ ਦੀ ਸੇਵਾ ਵੱਡੇ ਲੈਵਲ ਤੇ ਨਿਭਾਈ ਹੈ ਤੇ ਐਤਕੀ ਵੀ ਹਜ਼ਾਰਾਂ ਕਾਨਫਰੰਸ ਅਟੈਂਡੀਜ਼ ਨੂੰ ਵੱਖ-ਵੱਖ ਜਿਨ੍ਹਾਂ ਦੀ ਡਿਫਰੈਂਟ ਰਿਲੀਜਨਸ ਦੀ ਰਿਪਰੈਜ਼ੈਂਟੇਸ਼ਨ ਹੈਗੀ ਅੱਜ ਇੱਥੇ ਆ ਕੇ ਗੁਰੂ ਦਾ ਲੰਗਰ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ। ਕੀਰਤਨ ਵੀ ਚੱਲ ਰਿਹਾ ਨਾਲ ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਮੀਂਹ ਵੀ ਪੈ ਰਿਹਾ, ਬਟ ਫਿਰ ਵੀ ਲੰਗਰ ਕੋਈ ਨਹੀਂ ਰੋਕ ਸਕਦਾ। ਤੇ ਸਾਡੇ ਨਾਲ ਹੁਣ ਜੁੜੇ ਹਨ ਭਾਈ ਮੋਹਿੰਦਰ ਸਿੰਘ ਜੀ, ਨਿਸ਼ਕਾਮ ਸੇਵਕ ਜਥਾ ਬਰਮਿੰਗਹੈਮ ਯੂਕੇ ਤੋਂ ਇਹ ਪਹੁੰਚੇ ਹਨ। ਇਹਨਾਂ ਦੇ ਨਾਲ 150 ਇਹਨਾਂ ਦੇ ਸੇਵਾਦਾਰ ਯੂਕੇ ਤੋਂ ਇੱਥੇ ਪਹੁੰਚੇ ਹੋਏ ਹੈ, ਲੰਗਰ ਦੀ ਸਾਰੀ ਸੇਵਾਵਾਂ ਨਿਭਾ ਰਹੇ ਹਨ। ਭਾਈ ਸਾਹਿਬ ਮੋਹਿੰਦਰ ਸਿੰਘ ਜੀ, ਸਭ ਤੋਂ ਪਹਿਲੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮਾਲਕ ਦੀ ਕਿਰਪਾ ਹੈ, ਬਹੁਤ ਕਿਰਪਾ ਹੈ। ਜੋ ਵੀ ਆਪਾਂ ਕਰਦੇ ਹਾਂ ਮਾਲਕ ਦੀ ਰਹਿਮਤ ਨਾਲ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ। ਉਹੀ ਕੰਮ ਕਰਾਉਂਦਾ ਹੈ। ਸਾਡੀ ਹਾਰਟ ਬੀਟ ਚੱਲਦੀ ਹੈ, ਸਾਡੀ ਬਰੀਥਿੰਗ ਚੱਲਦੀ ਹੈ, ਕੰਟਰੋਲ ਉਹਦੇ ਕੋਲ ਹੈ। ਸੋ ਆਪਾਂ ਜੋ ਵੀ ਕੁਝ ਕਰਦੇ ਹਾਂ ਐਕਚੁਅਲੀ ਕ੍ਰੈਡਿਟ ਆਪਾਂ ਨਹੀਂ ਲੈ ਸਕਦੇ, ਮਾਲਕ ਦਾ ਕ੍ਰੈਡਿਟ ਹੈ। ਹਾਂਜੀ, ਸੋ ਇਹ ਲੰਗਰ ਚੱਲ ਰਿਹਾ ਹੈ। ਬਹੁਤ ਸਾਰਿਆਂ ਨੂੰ ਇਹ ਪਤਾ ਹੈ ਲੰਗਰ ਹੈ, ਲੰਗਰ ਹੈ, ਲੇਕਿਨ ਲੰਗਰ ਐਕਚੁਅਲੀ ਮਹਾਰਾਜ ਨੇ ਕਿਹਾ ਇਹ ਸੱਚਾ ਸੌਦਾ ਹੈ, ਇਹ ਟਰੂ ਬਿਜ਼ਨਸ ਹੈ। ਇਹ ਕਿੱਦਾਂ ਟਰੂ ਬਿਜ਼ਨਸ ਹੈ? ਮਹਾਰਾਜ ਇਹ ਦੱਸਦੇ ਨੇ ਕਿ ਜਿਹੜਾ ਸੱਚ ਹੈ, ਸੱਚ ਤਾਂ ਫਿਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਜੇ ਮਾਲਕ ਅੰਦਰ ਸਾਡੇ ਹਿਰਦੇ ਵਿੱਚ ਆ ਜਾਵੇ
ਫਿਰ ਸੱਚ ਬਣਦਾ ਹੈ, ਫਿਰ ਸਾਨੂੰ ਸੱਚ ਦੀ ਸਮਝ ਲੱਗਦੀ ਹੈ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਹੈ। ਕੰਪੈਸ਼ਨ ਜਿਹੜੀ ਹੈ, ਦਇਆ ਤੋਂ ਧਰਮ ਸ਼ੁਰੂ ਹੁੰਦਾ ਹੈ। ਦਇਆ ਉਹਦੇ ਮਨ 'ਚ ਹੋਵੇ, ਉਹਦੇ ਮਨ 'ਚ ਸੱਚਾਈ ਹੋਵੇ, ਸੱਤ ਹੋਵੇ, ਉਹਦੇ ਮਨ ਦੇ ਵਿੱਚ ਨਿਮਰਤਾ ਹੋਵੇ, ਉਹਦੇ ਮਨ ਵਿੱਚ ਕੰਟੈਂਟਮੈਂਟ ਹੋਵੇ ਹੈ, ਸਬਰ ਹੋਵੇ। ਹਰ ਚੀਜ਼ ਚੱਲੀ ਜਾ ਰਹੀ ਹੈ, ਉਹਦੇ ਮਨ 'ਚ ਨਿਮਰਤਾ ਹੋਵੇ, ਪ੍ਰੇਮ ਹੋਵੇ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਇਹ ਫੇਥ ਦੇ ਡਿਫਰੈਂਟ ਧਰਮਾਂ ਦੇ ਬੰਦੇ, ਇਹ ਧਰਮੀ ਬੰਦਿਆਂ ਨੂੰ ਜੇ ਆਪਾਂ ਲੰਗਰ ਛਕਾਈਏ, ਉਹਦਾ ਬਹੁਤ ਉਹ ਬਿਜ਼ਨਸ ਹੈ ਬੜਾ ਵੱਡਾ ਜੀ। ਉਹਦੇ ਵਿੱਚ ਲੈਣਾ ਕੁਛ ਨਹੀਂ, ਦੇਣ ਵਾਲੀ ਗੱਲ ਹੈ, ਖੁਸ਼ੀਆਂ ਮਿਲਦੀਆਂ ਹੈ। ਮਹਾਰਾਜ ਨੇ ਤਾਈਓ ਲੰਗਰ 540 ਸਾਲ ਹੋ ਗਏ ਨੇ, ਤਕਰੀਬਨ 500 ਤੋਂ ਉੱਤੇ ਸਾਲ ਹੋ ਗਿਆ। ਜਦੋਂ ਉਹਨਾਂ ਨੇ ਕਿਹਾ ਲੰਗਰ ਛਕਾਇਆ, ਪਿਤਾ ਜੀ ਅਸੀਂ ਸੱਚਾ ਸੌਦਾ ਕੀਤਾ। ਉਹ ਕਹਿੰਦੇ ਤੁਸੀਂ ਤਾਂ ਸਾਰੇ ਪੈਸੇ ਗਵਾ ਦਿੱਤੇ। ਕਹਿੰਦੇ ਨਹੀਂ, ਅਸੀਂ ਸੱਚਾ ਸੌਦਾ ਕੀਤਾ, ਕਿਉਂਕਿ ਆਤਮਾਵਾਂ ਜਾਗ ਜਾਂਦੀਆਂ। ਮਾਲਕ ਅੰਦਰ ਆ ਜਾਵੇ, ਆਤਮਾ ਜਾਗ ਜਾਂਦੀ ਤੁਹਾਡੀ, ਉਹ ਫਿਰ ਸੱਚਾ ਸੌਦਾ ਬਣ ਜਾਂਦਾ। ਇਸ ਕਰਕੇ ਜਿੰਨੀਆਂ ਵੈਲਿਊਜ਼ ਨੇ, ਇਹ ਲੰਗਰ ਸਾਰੀਆਂ ਵੈਲਿਊਜ਼ ਨੂੰ ਇਕੱਠਾ ਕਰਕੇ ਫਿਰ ਛਕਾਇਆ ਜਾਂਦਾ। ਉਹਦੇ ਵਿੱਚ ਪ੍ਰੇਮ ਹੈ, ਦਇਆ ਹੈ, ਸੱਤ ਹੈ, ਸੰਤੋਖ ਹੈ, ਨਿਮਰਤਾ ਹੈ, ਇਹ ਸਾਰਾ ਕੁਝ ਲੰਗਰ ਹੈ। ਇਹਦੇ ਵਿੱਚ ਕੁਝ ਲੈਣ ਦੇਣ ਵਾਲਾ ਬਿਜ਼ਨਸ ਨਹੀਂ ਹੈ। ਇਹਦੇ ਵਿੱਚ ਬਸ ਸੌਦਾ ਇਹ ਹੈ ਕਿ ਸਾਨੂੰ ਮਾਲਕ ਜਿਹੜਾ ਹੈ ਉਹ ਮਿਲ ਜਾਵੇ, ਮਾਲਕ ਵੱਲ ਸਾਡੀ ਸੁਰਤੀ ਬਿਰਤੀ ਚਲੀ ਜਾਵੇ। ਇਸ ਕਰਕੇ ਲੰਗਰ ਚੱਲ ਰਿਹਾ। ਮਹਾਰਾਜ ਇਮਤਿਹਾਨ ਵੀ ਲੈਂਦੇ ਨੇ। ਤੁਸੀਂ ਜਿਸ ਤਰ੍ਹਾਂ ਕਿਹਾ ਬਾਰਿਸ਼ ਹੋ ਰਹੀ ਹੈ ਖੂਬ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਆਪਾਂ ਕਹਿੰਦੇ ਨੇ ਬੜਾ ਚੰਗਾ ਗੁਣ ਹੈ, ਇਹਨੂੰ ਕਹਿੰਦੇ ਨੇ ਚੰਗਾ ਉਹ ਹੋਇਆ, ਸ਼ਗਨ ਹੋਇਆ ਹੈ ਜਦੋਂ ਬਾਰਿਸ਼ ਪੈਂਦੀ ਹੈ। ਸੋ ਸਭ ਛਕ ਕੇ ਜਾ ਰਹੇ ਨੇ, ਸੋ ਬਹੁਤ ਖੁਸ਼ੀਆਂ। ਹਾਂਜੀ, ਥੈਂਕ ਯੂ ਸੋ ਮਚ ਭਾਈ ਸਾਹਿਬ ਮੋਹਿੰਦਰ ਸਿੰਘ ਜੀ, ਨਿਸ਼ਕਾਮ ਸੇਵਕ ਜਥੇ ਵੱਲੋਂ। ਸਾਡੇ ਨਾਲ ਰਜਿੰਦਰ ਸਿੰਘ ਮਾਗੋ ਜੀ ਵੀ ਹਨ। ਰਜਿੰਦਰ ਜੀ ਇੱਥੇ ਲੋਕਲ ਆਰਗੇਨਾਈਜ਼ਰਸ ਅਤੇ ਜੋ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਐਮਰੀਟਸ ਟਰਸਟੀ ਦੇ ਤੌਰ ਤੇ ਇਸ ਪ੍ਰੋਗਰਾਮ ਅਤੇ ਸਿੱਖ ਜਥੇਬੰਦੀਆਂ ਦੀ ਪਾਰਟਿਸਿਪੇਸ਼ਨ ਨੂੰ ਆਰਗੇਨਾਈਜ਼ ਕਰ ਰਹੇ ਆ। ਰਜਿੰਦਰ ਜੀ, ਅਸੀਂ ਇਸ ਲੰਗਰ ਦੀ ਗੱਲ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਹਾਂ। ਹੁਣ ਸਾਨੂੰ ਮੌਕਾ ਮਿਲਿਆ ਦਰਸ਼ਕਾਂ ਨੂੰ ਦਿਖਾਉਣ ਦਾ ਕਿ ਕਿਸ ਤਰ੍ਹਾਂ ਇਹ ਲੰਗਰ ਵਰਤਾਇਆ ਜਾ ਰਿਹਾ। ਇੱਥੇ ਨਾ ਕਿ ਸਿਰਫ ਗੁਰੂ ਦਾ ਲੰਗਰ ਅਤੇ ਕੀਰਤਨ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ, ਬਟ ਸਾਡੀ ਜੋ ਇੱਕ ਇਤਿਹਾਸ ਹੈਗਾ, ਖਾਸ ਕਰਕੇ ਲੰਗਰ ਦੀ ਪਰੰਪਰਾ, ਉਹਦੇ ਬਾਰੇ ਪ੍ਰੋਪਰ ਐਗਜ਼ੀਬਿਸ਼ਨ ਲੱਗੀ ਹੋਈ ਹੈ। ਇਸ ਤੋਂ ਪਹਿਲੇ ਮੈਂ ਦਰਸ਼ਕਾਂ ਨੂੰ ਇਸ ਐਗਜ਼ੀਬਿਸ਼ਨ ਦੇ ਕੁਝ ਨਜ਼ਰੀਏ ਦਿਖਾਵਾਂ। ਮੈਂ ਚਾਹਾਂਗੀ ਤੁਸੀਂ ਦੋ ਲਫ਼ਜ਼ ਇਹਦੇ ਬਾਰੇ ਕਹੋ ਕਿ ਇਹਦਾ ਮਕਸਦ ਕੀ ਸੀਗਾ, ਕੀ ਸਾਡੀ ਉਮੀਦ ਹੈ ਕਿ ਸਿੱਖ ਟ੍ਰੈਡੀਸ਼ਨਸ ਵੈਲਿਊਜ਼ ਬਾਰੇ ਬਾਹਰਲੀ ਕਮਿਊਨਿਟੀਜ਼ ਅਤੇ ਧਰਮਾਂ ਨੂੰ ਦੱਸਿਆ ਜਾਏ। ਹਾਂਜੀ, ਸਭ ਤੋਂ ਪਹਿਲਾਂ ਤਾਂ ਇਹ ਸਾਰੀ ਜਿਹੜੀ ਪਾਰਲੀਮੈਂਟ ਹੋ ਰਹੀ ਹੈ ਉਹਦਾ ਬੇਸਿਕ ਜਿਹੜਾ ਥੀਮ ਹੀ ਹੈ ਹਿਊਮਨ ਰਾਈਟਸ ਦਾ, ਡਿਫੈਂਡਿੰਗ ਹਿਊਮਨ ਰਾਈਟਸ। ਤੇ ਅਸੀਂ ਸੋਚਦੇ ਹਾਂ ਕਿ ਜਿਹੜਾ ਫੂਡ ਹੈ ਉਹ ਬੇਸਿਕ ਹਿਊਮਨ ਰਾਈਟ ਹੈ। ਦੇਰ ਸ਼ੁਡ ਨਾਟ ਬੀ ਐਨੀ ਹੰਗਰ ਇਨ ਦ ਵਰਲਡ। ਮਤਲਬ ਫੂਡ ਇਜ਼ ਅ ਬਿਗ ਹਿਊਮਨ ਰਾਈਟ। ਔਰ ਦੁਨੀਆ ਵਿੱਚ ਕਿੰਨੇ ਲੋਕ ਨੇ ਜਿਹੜੇ ਭੁੱਖੇ ਸੌਂਦੇ ਹਨ। ਸੋ ਇਹ ਇੱਕ ਇਕੁਐਲਿਟੀ, ਹਿਊਮਿਲਿਟੀ, ਹੋਰ ਕਈ ਚੀਜ਼ਾਂ ਨੇ ਇਹਦੇ ਵਿੱਚ ਕਿ ਸਾਰਿਆਂ ਦਾ ਬਰਾਬਰ ਦਾ ਵਰਤਾਰਾ ਕਰਨਾ। ਕੋਈ ਵੱਡਾ ਛੋਟਾ ਨਹੀਂ ਹੈ, ਕੋਈ VIP ਨਹੀਂ ਹੈ, ਕੋਈ RSVP ਨਹੀਂ ਹੈ, ਕੋਈ ਸਪੈਸ਼ਲ ਕਿਸੇ ਦਾ ਮੈਨਿਊ ਕਿਸੇ ਹੋਰ ਲਈ ਨਹੀਂ ਹੈ। ਸਾਰੇ ਇੱਕੋ ਜਗ੍ਹਾ ਤੇ ਬੈਠ ਕੇ ਲੰਗਰ ਛਕਦੇ ਹਨ। ਸੇਮ ਮੈਨਿਊ, ਸੇਮ ਰਿਸਪੈਕਟ। ਹਿਊਮਨ ਰਾਈਟਸ, ਫੂਡ ਇਜ਼ ਦ ਬੇਸਿਕ ਹਿਊਮਨ ਰਾਈਟ। ਸੋ ਬਿਊਟੀਫੁਲੀ ਸੈਡ। ਇੱਕ ਬੇਸਿਕ ਹਿਊਮਨ ਰਾਈਟ ਜੋ ਸਾਡੇ ਗੁਰੂਆਂ ਨੇ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਦੱਸਿਆ, 500 ਸਾਲਾਂ ਪਹਿਲੇ ਇਹ ਹੁਕਮ ਦੇ ਦਿੱਤਾ ਸੀ ਕਿ ਇਹ ਲੰਗਰ ਤੁਸੀਂ ਇਹ ਪਰੰਪਰਾ ਅੱਗੇ ਵਧਾਉਣੀ ਹੈ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ, ਇਹ ਪ੍ਰੋਗਰਾਮ ਇੰਨੇ ਵੱਡੇ ਲੈਵਲ ਤੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਤੁਹਾਨੂੰ ਅਸੀਂ ਲਾਈਨ ਦਿਖਾਵਾਂਗੇ, ਨਾ ਕਿ ਸਿਰਫ ਜੋ ਲਾਈਨ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ, ਬਟ ਇਸ ਲੰਗਰ ਦੇ ਵਿੱਚ ਅੰਦਰ ਆਉਣ ਲਈ ਇੰਨੀ ਵੱਡੀ ਲੰਬੀ ਚੌੜੀ ਲਾਈਨ ਬਿਲਡਿੰਗ ਤੱਕ ਅੰਦਰ ਤੱਕ ਲੱਗੀ ਹੋਈ ਹੈ। ਲੋਕੀ ਉਤਾਵਲੇ ਹੋ ਰਹੇ ਹਨ ਕਿ ਇੱਥੇ ਆ ਕੇ ਲੰਗਰ ਛਕਿਆ ਜਾਏ। ਹੁਣ ਮੈਂ ਤੁਹਾਨੂੰ ਕੁਝ ਨਜ਼ਰੇ ਦਿਖਾਉਣ ਜਾਵਾਂਗੀ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਆ ਗਿਆ। ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਸ਼ਿਕਾਗੋ ਤੋਂ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਦੀ ਕਾਨਫਰੰਸ ਦੇ ਵਿੱਚ ਸਿੱਖ ਕਿਸ ਤਰ੍ਹਾਂ ਆਪ ਦੀ ਜਗ੍ਹਾ ਜਮਾ ਰਹੇ ਹਨ, ਹਾਜ਼ਰੀ ਲਗਾ ਰਹੇ ਹਨ, ਇਹਦੇ ਬਾਰੇ ਹੋਰ ਜਾਣਕਾਰੀ ਬ੍ਰੇਕ ਤੋਂ ਉਸ ਪਾਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਨੂੰ ਸਵਾਗਤ ਕਰਦੇ ਹਾਂ ਸ਼ਿਕਾਗੋ ਦੇ ਸਭ ਤੋਂ ਵੱਡੇ ਕਨਵੈਨਸ਼ਨ ਸੈਂਟਰ ਦੇ ਵਿੱਚ ਸਿੱਖ ਲੰਗਰ ਸਜਿਆ ਹੋਇਆ ਹੈ। ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਸ ਲੰਗਰ ਦਾ ਆਨੰਦ ਇਸ ਪੂਰਾ ਹਫਤਾ ਛਕਣ ਨੂੰ ਮੌਕਾ ਮਿਲੇਗਾ। ਐਂਡ ਇੱਥੇ ਜਦੋਂ ਅਸੀਂ ਪ੍ਰੈਪਰੇਸ਼ਨ ਦੀ ਗੱਲ ਕਰਦੇ ਹਾਂ ਸਾਡੇ ਨਾਲ ਸਰਬਜੀਤ ਸਿੰਘ ਜੀ ਜੋ ਕਿ ਖਾਸ ਲਾਸ ਐਂਜਲਸ ਤੋਂ ਇੱਥੇ ਪਹੁੰਚੇ ਹਨ 6 of LA ਦੇ ਨਾਲ ਜੁੜੇ ਹੋਏ ਹਨ। ਸਰਬਜੀਤ ਸਿੰਘ ਜੀ ਤੁਸੀਂ ਅਤੇ ਕਿੰਨੇ ਸੇਵਾਦਾਰ ਆਪਣੇ ਹੰਡਰਡਸ ਆਫ ਸੇਵਾਦਾਰ ਇੱਥੇ ਲੱਗੇ ਹੋਏ ਹਨ ਹਰ ਇੱਕ ਪਾਸੇ ਭਾਵੇਂ ਉਹ ਲੰਗਰ ਬਣਾਉਣ ਦੀ ਵਰਤਾਨ ਦੀ ਸੇਵਾ ਹੋਏ ਪਿੱਛੇ ਫੁਲਕੇ ਵੀ ਸੱਜ ਰਹੇ ਹੈ ਬਾਹਰ ਮੀਂਹ ਪੈ ਰਿਹਾ ਹੈ ਐਂਡ ਇੱਥੇ ਸੰਗਤ ਇਕਜੁੱਟ ਹੋ ਕੇ ਭਾਵੇਂ ਕੋਈ ਵੀ ਉਹਨਾਂ ਦੀ ਬੈਕਗ੍ਰਾਉਂਡ ਹੋਏ ਲੰਗਰ ਛਕ ਰਹੀ ਹੈ। ਤੁਸੀਂ ਥੋੜੀ ਜਿਹੀ ਇਨ ਤਿਆਰੀਆਂ ਬਾਰੇ ਸਾਨੂੰ ਜ਼ਰੂਰ ਦੱਸੋ। ਇਸ ਤਰ੍ਹਾਂ ਸੀਗਾ ਜੀ ਕਿ 2015 ਦੇ ਵਿੱਚ ਅਸੀਂ ਸਾਲਟ ਲੇਕ ਸਿਟੀ ਯੂਟਾ ਇਸੇ ਤਰ੍ਹਾਂ ਹੀ ਪਾਰਲੀਮੈਂਟ ਆਫ ਵਰਲਡ ਰਿਲੀਜਨ ਹੋਈ ਸੀਗੀ। ਉਦੋਂ ਸਾਡੀ 15 ਬੰਦਿਆਂ ਦੀ ਟੀਮ ਲਾਸ ਐਂਜਲਸ ਤੋਂ ਆਈ ਸੀਗੀ ਤੇ ਅਸੀਂ ਸਾਰਾ ਇਹ ਲੰਗਰ ਦਾ ਪ੍ਰਬੰਧ ਕੀਤਾ ਸੀਗਾ। ਇਹ ਜਿਹੜੀ ਲੰਗਰ ਸਰਵ ਕਰਨ ਦਾ ਪ੍ਰਬੰਧ ਹੈ ਇਹ ਨਿਸ਼ਕਾਮ ਸੇਵਾ ਜਥਾ ਯੂਕੇ ਵੱਲੋਂ ਕੀਤਾ ਜਾਂਦਾ ਹੈ। ਸੋ 130 years ago ਜਿਹੜੀ ਫਰਸਟ ਪਾਰਲੀਮੈਂਟ ਆਫ ਰਿਲੀਜਨ ਹੋਈ ਸੀਗੀ ਉਹ ਸ਼ਿਕਾਗੋ ਵਿੱਚ ਹੋਈ ਸੀਗੀ ਐਂਡ 30 years ago ਵਰਲਡ ਪਾਰਲੀਮੈਂਟ ਰਿਲੀਜਨ ਸ਼ਿਕਾਗੋ ਵਿੱਚ ਹੋਈ ਸੀਗੀ। ਹੁਣ 30 years ਤੋਂ ਬਾਅਦ ਫਿਰ ਇੱਥੇ ਹੋ ਰਹੀ ਹੈ। ਸੋ ਇੱਥਾਂ ਦੀ ਪ੍ਰਬੰਧਕ ਕਮੇਟੀ ਨੇ ਸਾਨੂੰ ਅਪਰੋਚ ਕੀਤਾ ਵੀ ਤੁਸੀਂ ਇੱਥੇ ਆਓ ਔਰ ਜਿਸ ਤਰ੍ਹਾਂ ਸਾਲਟ ਲੇਕ ਯੂਟਾ ਵਿੱਚ ਕੀਤਾ ਸੀਗਾ ਲੰਗਰ ਉਸੇ ਤਰ੍ਹਾਂ ਤੁਸੀਂ ਲੰਗਰ ਬਣਾਓ। ਆਈ ਮੀਨ ਸੇਵਾ ਤਾਂ ਆਉਂਦੀ ਹੈ ਸੋ ਹਾਊ ਕੈਨ ਵੀ ਸੇ ਨੋ ਰਾਈਟ ਕਿਉਂਕਿ ਤੇ ਗੁਰੂ ਦੀ ਸੇਵਾ ਗੁਰੂ ਨੇ ਬਖਸ਼ਣੀ ਸੀ ਕਿ ਵੀ ਜ਼ਰੂਰ ਆਵਾਂਗੇ। ਸੋ ਉੱਥੇ ਫਿਰ ਲਾਸ ਐਂਜਲਸ ਤੋਂ ਅਸੀਂ ਆਏ ਹਾਂ ਇੱਥੇ ਤੇ ਫਿਰ ਪਰ ਇੱਥੋਂ ਦੀ ਜਿਹੜਾ ਪੈਲੇਟਾਈਨ ਗੁਰਦੁਆਰਾ ਸ਼ਿਕਾਗੋ ਦਾ ਉਹਨਾਂ ਦੀ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਜਿਹੜੇ ਯੂਕੇ ਤੋਂ ਨਿਸ਼ਕਾਮ ਜਥਾ ਸੇਵਾ ਸਾਰੇ ਅਬਾਊਟ 100 ਪੀਪਲ ਆਰ ਹੇਅਰ ਉਹਨਾਂ ਦੇ ਸਾਰੇ ਸਹਿਯੋਗ ਦੇ ਨਾਲ ਤੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਦੀ ਬਲੈਸਿੰਗਸ ਦੇ ਨਾਲ ਇਹ ਸਾਰਾ ਲੰਗਰ ਪ੍ਰੀਪੇਅਰ ਹੋ ਰਿਹਾ। ਸੋ ਇਹਦੇ ਵਿੱਚ last week about 6,500 people were registered to participate in the Parliament of World Religion. So out of that, I don't know, maybe all of them are coming. So we have prepared langar for almost 8,000 people. It will be served every day. So whatever langar is left over, ਜਿਹੜਾ ਬਚ ਜਾਊਗਾ ਇੱਥੇ ਫਿਰ ਸੈਲਵੇਸ਼ਨ ਆਰਮੀ ਵਾਲਿਆਂ ਨੂੰ ਅਸੀਂ ਕਿਹਾ ਹੋਇਆ ਵੀ ਤੁਸੀਂ ਉਹ ਲੈ ਜਾਣਾ ਔਰ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਹੈ। ਪਰ ਮੈਸੇਜ ਜਿਹੜਾ ਲੰਗਰ ਦਾ ਹੈਗਾ ਕਿ ਏਕ ਪਿਤਾ ਏਕਸ ਕੇ ਅੰਬਰਕ ਤੂੰ ਮੇਰਾ ਗੁਰਾਈ ਵੀ ਆਰ ਆਲ ਚਿਲਡਰਨ ਆਫ ਵਨ ਐਂਡ ਵੀ ਆਰ ਆਲ ਕ੍ਰੀਏਟਡ ਇਕੁਅਲ। ਸੋ ਇੱਥੇ ਜਿਹੜਾ ਹੈਗਾ ਇੰਸਟੈਡ ਆਫ ਵੀ ਕੁਡ ਸਰਵ ਦ ਲੰਗਰ ਔਨ ਦ ਟੇਬਲਸ ਐਂਡ ਚੇਅਰਸ ਪਰ ਜਿਹੜਾ ਗੁਰੂ ਨਾਨਕ ਦਾ ਮੈਸੇਜ ਹੈਗਾ ਕਿ ਪੰਗਤ ਐਂਡ ਸੰਗਤ ਇਕੁਐਲਿਟੀ ਅਮੰਗ ਆਲ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰਿਆਂ ਨੂੰ ਇੱਥੇ ਜਿਹੜਾ ਹੈਗਾ ਇੱਕੋ ਪੰਗਤ 'ਚ ਬੈਠ ਕੇ ਲੰਗਰ ਛਕਾਇਆ ਜਾ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਥੈਂਕ ਯੂ ਸੋ ਮਚ ਸਰਬਜੀਤ ਸਿੰਘ ਜੀ ਤੁਸੀਂ ਤੁਹਾਡੀ ਸੇਵਾ ਜੋ ਕਿ ਲਾਸ ਐਂਜਲਸ 6 of LA ਐਂਡ ਇੱਥੇ ਤੁਸੀਂ ਦੇਖੋ ਕਿੰਨੇ ਜਥੇਬੰਦੀਆਂ ਕਿੰਨੀ ਵੱਖ-ਵੱਖ ਸੰਸਥਾਵਾਂ ਕਿੰਨੇ ਦੁਨੀਆ ਦੇ ਕੋਨੇ-ਕੋਨੇ ਤੋਂ ਇੱਥੇ ਪਹੁੰਚੇ ਹੋਏ ਹਨ ਇਕਜੁੱਟ ਹੋ ਕੇ ਇਸ ਇੱਕ ਲੰਗਰ ਲਈ ਸਾਰੇ ਰਲ ਕੇ ਸੇਵਾ ਕਰ ਰਹੇ ਹੈ। ਥੈਂਕ ਯੂ ਸੋ ਮਚ ਸਰਬਜੀਤ ਸਿੰਘ ਜੀ। ਹੁਣ ਮੈਂ ਤੁਹਾਨੂੰ ਥੋੜ੍ਹੇ ਜਿਹੇ ਨਜ਼ਾਰੇ ਦਿਖਾਉਣਾ ਚਾਹੁੰਦੀ ਹਾਂ। ਜਦੋਂ ਅਸੀਂ ਇੱਥੇ ਪਹਿਲੇ ਆਏ ਸੀ ਦੁਪਹਿਰ ਦੇ ਟਾਈਮ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਸੀ ਮਤਲਬ ਜਿਹਨੂੰ ਤੁਸੀਂ ਅੰਗਰੇਜ਼ੀ 'ਚ ਕਹਿ ਸਕਦੇ ਹੋ ਟੋਰੈਂਸ਼ੀਅਲ ਡਾਊਨਪੋਰ। ਐਤਕੀ ਲੰਗਰ ਦੀ ਸੇਵਾਵਾਂ ਬਾਹਰ ਕਨਵੈਨਸ਼ਨ ਸੈਂਟਰ ਦੇ ਆਊਟਸਾਈਡ ਜੋ ਇੱਕ ਏਰੀਆ ਹੈਗਾ ਉੱਥੇ ਲੱਗੀਆਂ ਹੋਈਆਂ ਬਕਾਇਦਾ ਟੈਂਟ ਲੱਗੇ ਹੋਏ ਆ ਜਿੱਥੇ ਟੈਂਟ ਵਿੱਚੋਂ ਥੋੜ੍ਹਾ ਜਿਹਾ ਪਾਣੀ ਲੰਘ ਵੀ ਰਿਹਾ ਹੈ ਉਹਨੂੰ ਵੀ ਕੰਟਰੋਲ ਕੀਤਾ ਜਾ ਰਿਹਾ। ਸੇਵਾਦਾਰ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਹੈ ਐਂਡ ਮੈਂ ਸਿਰਫ ਤੁਹਾਨੂੰ ਇੱਕ ਚੀਜ਼ ਇੱਥੇ ਦਿਖਾਉਣਾ ਚਾਹੁੰਦੀ ਕਿੰਨਾ ਇਹ ਇੱਕ ਯੂਨੀਕ ਇੱਕ ਇੰਪੋਰਟੈਂਟ ਇੱਥੇ ਤੁਸੀਂ ਵਿਜ਼ੂਅਲ ਦੇਖ ਸਕਦੇ ਹੋ। ਸੰਗਤ ਦੇ ਵਿੱਚ ਕਿੰਨੇ ਬੈਕਗਰਾਉਂਡਸ ਤੋਂ ਕਿੰਨੇ ਧਰਮਾਂ ਤੋਂ ਦੁਨੀਆ ਦੇ ਕਿੰਨੇ ਸ਼ਹਿਰਾਂ ਤੋਂ ਮੁਲਕਾਂ ਤੋਂ ਲੋਕੀ ਸਿਰ ਢੱਕ ਕੇ ਆਪਦੇ ਸ਼ੂਜ਼ ਲਾ ਕੇ ਗੁਰੂ ਦੀ ਪਰੰਪਰਾ ਦੇ ਤਹਿਤ ਲੰਗਰ ਛਕ ਰਹੇ ਹੈ ਸਾਰੇ ਇਕਜੁੱਟ ਹੋ ਕੇ ਲੰਗਰ ਛਕ ਰਹੇ ਹੈ। ਹੁਣ ਮੈਂ ਥੋੜ੍ਹੀ ਤੁਹਾਡੇ ਨਾਲ ਗੱਲ ਕਰਾਉਣਾ ਚਾਹੁੰਦੀ ਹਾਂ ਜੋ ਇੱਥੇ ਬਾਕੀ ਕਮਿਊਨਿਟੀਜ਼ ਤੋਂ ਬਾਹਰਲੇ ਧਰਮਾਂ ਤੋਂ ਲੋਕੀ ਆ ਕੇ ਲੰਗਰ ਛਕ ਰਹੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਾਡੇ ਨਾਲ ਹੁਣ ਜੁੜੇ ਹੋਏ ਹਨ ਇਮਾਮ ਸ਼ਫੀ ਅਬਦੁਲ ਕਰੀਮ ਜੋ ਕਿ ਨਾਈਜੀਰੀਆ ਦੇ ਇੱਕ ਰਿਲੀਜੀਅਸ ਲੀਡਰ ਹਨ ਉੱਥੋਂ ਪਹੁੰਚੇ ਹਨ। ਇਹ ਇਹਨਾਂ ਦੀ ਪਹਿਲੀ ਐਕਸਪੀਰੀਅੰਸ ਲੰਗਰ ਦੇ ਨਾਲ ਨਹੀਂ ਹੈ ਬਟ ਆਈ ਵਾਂਟ ਟੂ ਆਸਕ ਹਿਮ what do you feel when you come here and you see everyone of all different backgrounds sitting together on the floor enjoying this langar and what experience do you have with the Sikh community? Thank you very much. I think my experience being the third time
I will be enjoying the langar, the Parliament of World Religion. My experience is very, very encouraging in terms of actually seeing the picture of how the world should be, and that the world of compassion, the world of tolerance, respect, and strengthening diversity, seeing different people from all walks of life, from all faith, all cultures, coming down here to sit together to eat. And basically what amazed me is that I saw the fact that Islam as a religion also show that, and you see coming in from the entrance, you have to off your shoes because you are coming to a sacred place. Because eating in a sacred place, according to the tradition of Prophet Muhammad, is that you are eating in a very good environment, and meaning that your food consumption is totally from God, and you are appreciating that God has given you that. So it's a sign of respect. And also to cover your head is also one of those things that I really cherish most, which also signifies that human confraternity, that we are all one. And if everyone, someone who ordinarily will not cover his or her head before eating, is doing this, not because he's hungry, but because he wants to, be among different people, see people from all kinds of religion coming together to sit down to eat together. And the message to the global community, to the entire world, is that we must see humanity first, that as very, very important, and life is sacrosanct, is sacred, and we must protect that. We are from one God. We can assess God from different angles, from different faiths, from different culture, background, but we are still all raising our hands to one Almighty God. Thank you. Absolutely. Beautifully said. Once again, Imam Shafi, appreciate your time. ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਥੇ ਪੂਰੀ ਐਗਜ਼ੀਬਿਸ਼ਨ ਲੱਗੀ ਹੋਈ ਹੈ। ਜਦੋਂ ਵੀ ਲੰਗਰ ਦੇ ਵਿੱਚ ਕੋਈ ਐਂਟਰ ਕਰਦਾ ਹੈ, ਸਭ ਤੋਂ ਪਹਿਲੇ ਜਿੱਥੇ ਕੀਰਤਨ ਦੀ ਸਟੇਜ ਹੈ ਉੱਥੋਂ ਅੰਦਰ ਆ ਕੇ ਹਰਮੰਦਰ ਸਾਹਿਬ ਦੇ ਉੱਤੇ ਉਹਨਾਂ ਦੀ ਨਜ਼ਰ ਪੈਂਦੀ ਹੈ। ਉਸ ਤੋਂ ਬਾਅਦ ਅਗਰ ਤੁਸੀਂ ਦੇਖੋ ਦੋਨੋਂ ਪਾਸੇ ਐਗਜ਼ੀਬਿਸ਼ਨ ਲੱਗੀ ਹੋਈ ਹੈ। ਥੋੜੀ ਜਿਹੀ ਤੁਹਾਨੂੰ ਨਜ਼ਰੀਏ ਐਗਜ਼ੀਬਿਸ਼ਨ ਦਿਖਾਉਣਾ ਚਾਹੁੰਦੇ ਕੀ ਕੁਝ ਜਾਣਕਾਰੀ ਇਨ ਐਗਜ਼ੀਬਿਸ਼ਨ ਦੀ ਸਲਾਈਡਸ ਇਨ ਪਿਕਚਰਸ ਵਿੱਚ ਦੱਸੀ ਜਾ ਰਹੀ ਹੈ, ਨਾ ਕਿ ਸਿਰਫ ਸਿੱਖਾਂ ਬਾਰੇ ਬਟ ਗੁਰੂ ਦੇ ਲੰਗਰ ਬਾਰੇ, ਗੁਰੂ ਨਾਨਕ ਦੇਵ ਜੀ ਬਾਰੇ। ਐਂਡ ਜਿੱਥੇ ਅਸੀਂ ਲੰਗਰ ਦੀ ਸੇਵਾ ਕਰਦੇ ਹਾਂ ਉੱਥੇ ਜੋ ਸਾਡੀ ਹੋਰ ਟ੍ਰੈਡੀਸ਼ਨਸ ਹਨ, ਸਿੱਖ ਪਰੰਪਰਾਵਾਂ ਹਨ, ਭਾਵੇਂ ਉਹ ਟ੍ਰੈਡੀਸ਼ਨਲ ਸਿੱਖ ਇੰਸਟਰੂਮੈਂਟਸ ਹੋਣ ਜਾਂ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਪਵਨ ਪਾਣੀ ਮਾਤਾ ਧਰਤ ਮਹਤ, ਇਨਵਾਇਰਮੈਂਟ ਅਤੇ ਸਸਟੇਨੇਬਿਲਿਟੀ 'ਤੇ ਵੀ ਫੋਕਸ ਰੱਖਿਆ ਹੋਇਆ ਹੈ। ਹੁਣ ਆਓ ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਇਸ ਐਗਜ਼ੀਬਿਸ਼ਨ ਦੀ ਕੁਝ ਤਸਵੀਰਾਂ ਦਿਖਾਉਣਾ ਚਾਹੁੰਦੀ ਹਾਂ, ਕਿਸ ਤਰ੍ਹਾਂ ਇੱਥੇ ਲੋਕਾਂ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਜਦੋਂ ਉਹ ਅੰਦਰ ਆਉਂਦੇ ਹੈ। ਐਂਡ ਦੇ ਕੈਨ ਸੀ ਆਲ ਆਫ ਦ ਪਿਕਚਰਸ, ਗੁਰੂਆਂ ਦੇ ਸਾਹਿਬਜ਼ਾਦਿਆਂ ਦੀ ਤਸਵੀਰਾਂ ਸਾਰੇ ਇੱਥੇ ਡਿਸਪਲੇ ਕੀਤੀਆਂ ਹੋਈਆਂ। ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਬੈਕਗਰਾਊਂਡਸ ਤੋਂ ਲੋਕੀ ਆਏ ਹਨ ਇੱਥੇ ਲੰਗਰ ਦਾ ਆਨੰਦ ਲੈਣ ਦੀ ਤਿਆਰੀ ਦੇ ਵਿੱਚ, ਸਿਰ ਢੱਕ ਕੇ, ਸ਼ੂਜ਼ ਲਾ ਕੇ। ਵਨਸ ਅਗੇਨ ਇਹ ਲੰਗਰ ਦੀ ਸੇਵਾ ਹਜ਼ਾਰਾਂ ਲੋਕਾਂ ਲਈ ਤਿਆਰੀਆਂ ਕੀਤੀਆਂ ਗਈਆਂ। ਇਨ ਫੈਕਟ ਜਿਸ ਤਰ੍ਹਾਂ ਸਾਨੂੰ ਹੁਣੇ ਸਰਬਜੀਤ ਸਿੰਘ ਜੀ ਦੱਸ ਰਹੇ ਸੀ, ਲਗਭਗ 8000 ਲੋਕਾਂ ਦੇ ਲਈ ਲੰਗਰ ਤਿਆਰ ਇੱਥੇ ਕੀਤਾ ਜਾ ਰਿਹਾ ਹੈ। ਅੱਜ ਮੰਡੇ ਤੋਂ ਲੈ ਕੇ ਫਰਾਈਡੇ ਤੱਕ, ਜਦ ਤੱਕ ਇਹ ਕਾਨਫਰੰਸ ਕੰਕਲੂਡ ਨਹੀਂ ਹੁੰਦੀ, ਮਤਲਬ ਪੂਰਾ ਹਫਤਾ 5 ਦਿਨ ਇੱਥੇ ਲੰਗਰ ਸਜਣਾ ਹੈ। ਇੱਥੇ ਗੁਰੂ ਦੇ ਸੇਵਾਦਾਰ ਲੰਗਰ ਦੀ ਪਰੰਪਰਾਵਾਂ ਬਾਰੇ ਸਾਰਿਆਂ ਨੂੰ ਦੱਸਣਗੇ। ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਨਾ ਕਿ ਸਿਰਫ ਜੋ ਲੰਗਰ ਦੀ ਪਰੰਪਰਾ ਹੈਗੀ ਬਟ ਪੂਰੇ ਸਿੱਖ ਇਤਿਹਾਸ ਬਾਰੇ ਇੱਥੇ ਡਿਸਪਲੇਜ਼ ਲੱਗੇ ਹੋਏ ਹਨ। ਇੱਕ ਚੀਜ਼ ਜੋ ਸਿੱਖ ਹਿਸਟਰੀ ਦੇ ਵਿੱਚ ਅਹਿਮੀਅਤ ਰੱਖਦੀ ਹੈ ਉਹਦੇ ਬਾਰੇ ਇੱਥੇ ਵੱਡੇ ਸਾਈਨਸ, ਪਲੈਕਾਰਡਸ ਬਣੇ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਜੀ ਕਿਸ ਤਰ੍ਹਾਂ ਇਹ ਇਤਿਹਾਸ ਨਾ ਕਿ ਸਿਰਫ ਸਾਡੇ ਗੁਰੂਆਂ ਦਾ ਇਤਿਹਾਸ ਬਟ ਸੁਸਾਇਟੀ ਦਾ ਇਤਿਹਾਸ
ਇੱਥੇ ਲਿਖਿਆ ਹੋਇਆ ਹੈ। ਐਂਡ ਵਾਂਸ ਅਗੇਨ ਜੋ ਇਹ ਸੇਵਾਵਾਂ ਕੀਤੀਆਂ ਗਈਆਂ ਹਨ, ਇਹਨਾਂ ਦੇ ਪਿੱਛੇ ਕਿੰਨੇ ਵੱਖ-ਵੱਖ ਗਰੁੱਪਸ, ਆਰਗੇਨਾਈਜੇਸ਼ਨ, ਸੰਸਥਾਵਾਂ ਦਾ ਰੋਲ ਹੈ। ਕੁਝ ਨੋਟੇਬਲ ਇੰਡੀਵਿਜੂਅਲਸ, ਆਰਗੇਨਾਈਜ਼ਰਸ ਐਂਡ ਸੇਵਾਦਾਰ ਜੋ ਕਿ ਇਸ ਕਾਨਫਰੰਸ ਦੇ ਵਿੱਚ ਸਿੱਖਾਂ ਦੀ ਤੁਸੀਂ ਕਹਿ ਲਓ ਇੱਕ ਪ੍ਰੈਜ਼ੈਂਸ ਮਹਿਸੂਸ ਕਰਾ ਰਹੇ ਹਾਂ, ਉਹਨਾਂ ਦੇ ਨਾਲ ਅਸੀਂ ਹੋਰ ਤੁਹਾਡੀ ਗੱਲ ਕਰਾਵਾਂਗੇ, ਤੁਹਾਡੀ ਮੁਲਾਕਾਤ ਕਰਾਵਾਂਗੇ। ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਨੂੰ ਸਵਾਗਤ ਕਰਦੇ ਹਾਂ। ਅਸੀਂ ਤੁਹਾਨੂੰ ਲੰਗਰ ਦੀ ਸੇਵਾਵਾਂ ਦਿਖਾਈਆਂ, ਕਿਸ ਤਰ੍ਹਾਂ ਨਿਸ਼ਕਾਮ ਸੇਵਕ ਜੱਥਾ UK ਤੋਂ ਅਤੇ ਵੱਖ-ਵੱਖ ਸੇਵਾਦਾਰ ਕੰਟਰੀ ਦੇ ਕੋਨੇ-ਕੋਨੇ ਤੋਂ ਆ ਕੇ ਇੱਥੇ ਲੰਗਰ ਦੀ ਸੇਵਾ ਕਰ ਰਹੇ, ਕਿੰਨੇ ਹਜ਼ਾਰਾਂ ਲੋਕਾਂ ਲਈ, ਬਾਹਰਲੇ ਧਰਮਾਂ ਦੇ ਲੋਕਾਂ ਲਈ ਲੰਗਰ ਇੱਥੇ ਪ੍ਰੋਵਾਈਡ ਕਰ ਰਹੇ ਹੈ। ਬਟ ਜੋ ਆਪਣੇ ਲੋਕਲ ਜਥੇਬੰਦੀਆਂ ਹਨ, ਖਾਸ ਕਰਕੇ ਗੁਰਦੁਆਰਾ ਸਾਹਿਬ ਪੈਲੇਟਾਈਨ ਦੀ ਮੈਨੇਜਮੈਂਟ ਕਮੇਟੀ, ਆਰਗੇਨਾਈਜ਼ਰ, ਸੇਵਾਦਾਰ, ਉਹਨਾਂ ਦਾ ਬਹੁਤ ਵੱਡਾ ਰੋਲ ਇਸ ਇਵੈਂਟ ਅਤੇ ਇੱਥੇ ਸਿੱਖਾਂ ਦੀ ਜੋ ਹਾਜ਼ਰੀ ਲੱਗ ਰਹੀ ਹੈ ਉਹਦੇ ਵਿੱਚ ਵੀ ਰਿਹਾ ਹੈ। ਖਾਸ ਕਰਕੇ ਕੱਲ ਸੰਡੇ ਦੇ ਦਿਨ ਇੱਕ ਬਹੁਤ ਵੱਡੀ ਪਰੇਡ ਸ਼ਿਕਾਗੋ ਦੇ ਵਿੱਚ ਇਸ ਇਵੈਂਟ ਦੇ ਨਾਲ ਸੰਬੰਧਿਤ ਰੱਖੀ ਗਈ, ਉੱਥੇ ਵੀ ਸਿੱਖਾਂ ਦੀ ਹਾਜ਼ਰੀ ਬਿਲਕੁਲ ਤੁਸੀਂ ਕਹਿ ਸਕਦੇ ਹੋ ਪਰੇਡ ਦੀ ਸਟਾਰਟਿੰਗ ਦੇ ਵਿੱਚ ਸੀਗੀ। ਸੋ ਹੁਣ ਸਾਡੇ ਨਾਲ ਜੁੜੇ ਹਨ ਤਰਲੋਚਨ ਸਿੰਘ ਮੁਲਤਾਨੀ ਜੀ, ਸਾਬਕਾ ਪ੍ਰਧਾਨ ਅਤੇ ਕਰੰਟਲੀ ਜਨਰਲ ਸੈਕਟਰੀ। ਤਰਲੋਚਨ ਸਿੰਘ ਜੀ, ਸਭ ਤੋਂ ਪਹਿਲੇ ਤਾਂ ਇਸ ਇਵੈਂਟ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਤੇ ਦੂਜੇ ਪੱਖੋਂ ਗੁਰਦੁਆਰਾ ਸਾਹਿਬ ਪੈਲੇਟਾਈਨ ਵੱਲੋਂ ਕੀ ਲੋਕਲ ਅਕੋਮੋਡੇਸ਼ਨਸ, ਕੀ ਲੋਕਲ ਪ੍ਰੋਗਰਾਮਿੰਗ ਇੱਥੇ ਆਰਗੇਨਾਈਜ਼ ਕੀਤੀ ਗਈ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਜਸ ਪੰਜਾਬੀ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਅਸੀਂ ਇਵੈਂਟ ਨੂੰ ਜਿਹੜਾ ਹੈ ਉਹ ਕਵਰ ਕਰ ਰਹੇ ਨੇ। ਸੋ ਇਹ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ, ਔਰ ਪੰਜਾਬੀ ਦੀ ਸੇਵਾ ਹੈ ਬੜੀ ਦੇਰ ਤੋਂ ਇਸੇ ਤਰ੍ਹਾਂ ਹੀ ਕਰ ਰਹੇ ਨੇ। ਸੋ ਜਿਹੜਾ ਇਹ ਇਵੈਂਟ ਹੋ ਰਿਹਾ ਪਾਰਲੀਮੈਂਟ ਆਫ ਵਰਲਡ ਰਿਲੀਜਨ ਹੋ ਰਿਹਾ, ਇਹ ਤਕਰੀਬਨ 130 ਸਾਲਾਂ ਬਾਅਦ ਇਹ ਸ਼ਿਕਾਗੋ ਵਿੱਚ ਦੁਬਾਰਾ ਹੋ ਰਿਹਾ, ਕਿਉਂਕਿ 1893 ਦੇ ਵਿੱਚ ਇਹ ਪਹਿਲੀ ਵਾਰੀ ਇੱਥੇ ਪਾਰਲੀਮੈਂਟ ਵਰਲਡ ਰਿਲੀਜਨ ਹੋਇਆ ਸੀ, ਔਰ ਉਹਦੇ ਵਿੱਚ ਸਿੱਖਾਂ ਵੱਲੋਂ ਕੋਈ ਸ਼ਮੂਲੀਅਤ ਨਹੀਂ ਸੀ, ਕੋਈ ਹਾਜ਼ਰੀ ਨਹੀਂ ਸੀ। ਔਰ ਉਸ ਸਮੇਂ ਤੇ ਵਿਵੇਕਾਨੰਦ ਇੱਥੇ ਆਏ ਸਨ ਇੰਡੀਆ ਵੱਲੋਂ, ਹਿੰਦੂ ਕਮਿਊਨਿਟੀ ਵੱਲੋਂ, ਔਰ ਸਿੱਖਾਂ ਦੀ ਕੋਈ ਹਾਜ਼ਰੀ ਨਹੀਂ ਸੀ। ਫਿਰ 100 ਸਾਲਾਂ ਬਾਅਦ ਇਹੋ ਹੀ ਪਾਰਲੀਮੈਂਟ ਜਿਹੜਾ ਹੈ ਇਹ ਸ਼ਿਕਾਗੋ 'ਚ ਦੁਬਾਰਾ ਹੋਇਆ 1993 ਵਿੱਚ। ਅਤੇ ਉਸ ਸਮੇਂ ਵੀ ਸਤਿਗੁਰੂ ਦੀ ਬਖਸ਼ਿਸ਼ ਨਾਲ ਮੈਂ ਰਿਲੀਜੀਅਸ ਸੈਕਟਰੀ ਸੀ, ਅਤੇ ਉਸ ਸਮੇਂ ਵੀ ਅਸੀਂ ਬਹੁਤ ਵੱਡਾ ਇੱਕ ਵਿਸ਼ਾਲ ਨਗਰ ਕੀਰਤਨ ਸ਼ਿਕਾਗੋ ਵਿੱਚ ਕੱਢਿਆ ਸੀ, ਅਤੇ ਆਪਣਾ ਸਾਰੇ ਸਿੱਖ ਕੌਮ ਨੇ ਉਦੋਂ ਪਹਿਲੀ ਵਾਰੀ ਜਿਹੜਾ ਨਾ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਭਰੀ ਸੀ। ਅਤੇ ਉਸ ਤੋਂ ਬਾਅਦ ਹੁਣ 30 ਸਾਲਾਂ ਬਾਅਦ ਇਹ ਤੀਜੀ ਵਾਰ ਜਿਹੜਾ ਸ਼ਿਕਾਗੋ ਦੇ ਵਿੱਚ ਇਹ ਪਾਰਲੀਮੈਂਟ ਆਫ ਵਰਲਡ ਰਿਲੀਜਨ ਜਿਹੜਾ ਹੋ ਰਿਹਾ, ਅਤੇ ਜਿਹਦੇ ਵਿੱਚ ਸਿੱਖ ਬੜੀ ਪੂਰੀ ਤਿਆਰੀ ਦੇ ਨਾਲ ਨਾ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ। ਔਰ ਇਹ ਅਸੀਂ ਕੱਲ੍ਹ ਦੱਸ ਦਿੱਤਾ ਇੱਥੇ ਸਾਰੀ ਸ਼ਿਕਾਗੋ ਦੀ ਜਿਹੜੀ ਕਮਿਊਨਿਟੀ ਜਾਂ ਜੋ ਵੀ ਲੋਕ ਸਨ ਇੱਥੇ, ਅਤੇ ਬਾਕੀ ਜਿਹੜੇ ਦੂਸਰੇ ਧਰਮਾਂ ਦੇ ਇੱਥੇ ਲੋਕ ਆਏ ਨੇ ਇਸ ਈਵੈਂਟ ਵਿੱਚ ਹਿੱਸਾ ਲੈਣ ਵਾਸਤੇ, ਉਹਨਾਂ ਨੂੰ ਕਿ ਹਾਂ ਗੁਰੂ ਨਾਨਕ ਦੀ ਚਲਾਇਆ ਜਿਹੜਾ ਧਰਮ ਹੈ, ਸਿੱਖ ਧਰਮ ਹੈ, ਉਹ ਕਿਸ ਤਰ੍ਹਾਂ ਸਰਗਰਮ ਹਰ ਇੱਕ ਈਵੈਂਟ 'ਚ ਹੁੰਦਾ ਹੈ ਤਾਂ ਕਿ ਉਹ ਮਨੁੱਖਤਾ ਦੀ ਸੇਵਾ ਕਰ ਸਕਣ। ਸੋ ਕੱਲ੍ਹ ਬੜੀ ਵਿਸ਼ਾਲ ਜਿਹੜੀ ਨਗਰ ਕੀਰਤਨ ਪਰੇਡ ਆਫ ਫੇਥ ਸੀ, ਜਿਹੜੀ ਇਹਨਾਂ ਨੇ ਪਾਰਲੀਮੈਂਟ ਨੇ ਜਿਹਦਾ ਨਾਂ ਦਿੱਤਾ ਸੀ। ਸੋ ਉਹਦੇ ਵਿੱਚ ਬੜੀ ਹੀ ਜ਼ਿਆਦਾ ਗਿਣਤੀ ਸੀ ਸਿੱਖਾਂ ਦੀ। ਹਾਂਜੀ, ਤਕਰੀਬਨ 2-3 ਹਜ਼ਾਰ ਸਿੱਖ ਉਹਦੇ ਵਿੱਚ ਸ਼ਾਮਲ ਹੋਏ ਸਨ, ਔਰ ਬੜਾ ਸੋਹਣਾ ਗੁਰੂ ਸਾਹਿਬ ਜੀ ਦਾ ਫਲੋਟ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਉਹ ਪਰੇਡ ਹੋਈ ਸੀ। ਹਾਂਜੀ, ਉਹ ਪਾਰਲੀਮੈਂਟ ਨੇ ਦੇਖੋ ਸਾਨੂੰ ਸਿੱਖਾਂ ਨੂੰ ਕਿੰਨਾ ਮਾਣ ਬਖਸ਼ਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਪਰੇਡ ਨਿਕਲੇਗੀ, 5 ਪਿਆਰੇ ਸਭ ਤੋਂ ਅੱਗੇ ਹੋਣਗੇ, ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੋਏਗੀ, ਔਰ ਉਸ ਤੋਂ ਪਿੱਛੇ ਜਿਹੜਾ ਹੈ ਉਹ ਸਾਰੇ ਧਰਮ ਆਪਣੇ ਆਪਣੇ ਬੈਨਰ ਲੈ ਕੇ ਚੱਲਣਗੇ। ਔਰ ਇਹ ਸਿੱਖਾਂ ਵਾਸਤੇ ਕਿੰਨੇ ਮਾਣ ਦੀ ਗੱਲ ਹੈ, ਕਿੰਨਾ ਸਤਿਕਾਰ ਉਸ ਕੁਦਰਤ ਨੇ, ਉਸ ਪਰਮਾਤਮਾ ਨੇ ਸਿੱਖ ਕੌਮ ਨੂੰ ਬਖਸ਼ਿਆ। ਇਹ ਸਿਰਫ ਇਹਨਾਂ ਦੀ ਸੇਵਾ ਦਾ ਫਲ ਹੈ। ਔਰ ਉਸ ਤੋਂ ਬਾਅਦ ਜਿਹੜਾ ਹੁਣ 5 ਦਿਨ ਪਾਰਲੀਮੈਂਟ ਅੱਜ ਸੈਸ਼ਨ ਜਿਹਦਾ ਪਹਿਲਾ ਸ਼ੁਰੂ ਹੋਇਆ, ਪਲੈਨਰੀ ਸ਼ੁਰੂ ਹੋਈ ਹੈ, ਉਹਦੇ ਵਿੱਚ ਵੀ ਅਸੀਂ ਜਿਹੜਾ ਸਿੱਖਾਂ ਨੇ ਉਹ ਗੁਰੂ ਨਾਨਕ ਦੇਵ ਦੀ ਚਲਾਈ ਪਰੰਪਰਾ ਜਿਹੜੀ ਹੈ ਲੰਗਰ, ਹਾਂਜੀ, ਜਿਹੜਾ ਉਹਨਾਂ ਨੇ ਸੱਚਾ ਸੌਦਾ ਕੀਤਾ ਸੀ ਆਪਣੀ ਯੰਗ ਏਜ ਦੇ ਵਿੱਚ, ਜਦੋਂ ਕਿ ਉਹ ਸੌਦਾ ਕਰਨ ਵਾਸਤੇ ਭੇਜਿਆ ਸੀ ਪਿਤਾ ਨੇ, ਪਰ ਉਹ ਆਪਣਾ ਲੰਗਰ ਛਕਾ ਕੇ ਆਏ ਸੀ ਭੁੱਖੇ ਸਾਧੂਆਂ ਨੂੰ। ਔਰ ਉਹ 20 ਰੁਪਏ ਦੀ ਕੀਤੀ ਐਫਡੀ ਜਿਹੜੀ ਹੈ ਨਾ, ਉਹ ਅੱਜ ਤੱਕ ਸੰਸਾਰ ਦੇ ਵਿੱਚ ਖਤਮ ਨਹੀਂ ਹੋ ਰਹੀ। ਤੁਸੀਂ ਦੇਖੋ ਜਿੱਥੇ ਵੀ ਕੋਈ ਨੈਚੁਰਲ ਕਲਾਈਮੇਟੀ ਆਉਂਦੀ ਹੈ ਜਾਂ ਕੋਈ ਡਿਜ਼ਾਸਟਰ ਆਉਂਦਾ ਹੈ, ਸਿੱਖ ਉੱਥੇ ਪਹੁੰਚ ਜਾਂਦੇ ਨੇ ਔਰ ਆਪਣਾ ਲੰਗਰ ਲੈ ਕੇ ਉੱਥੇ
ਇਹ ਦੱਸਦੇ ਨੇ ਕਿ ਹਾਂ ਵੀ ਗੁਰੂ ਨਾਨਕ ਦਾ ਧਰਮ ਕਹਿੰਦਾ ਹੈ ਕਿ ਦੁਨੀਆ 'ਚ ਕੋਈ ਭੁੱਖਾ ਨਹੀਂ ਹੋਣਾ ਚਾਹੀਦਾ, ਹਰ ਇੱਕ ਨੂੰ ਢਿੱਡ ਭਰ ਕੇ ਜਿਹੜੀ ਹੈ ਉਹ ਰੋਟੀ ਮਿਲਣੀ ਚਾਹੀਦੀ ਹੈ। ਸੋ ਅਸੀਂ ਅੱਜ ਪਹਿਲਾ ਦਿਨ ਸੀ ਲੰਗਰ ਦਾ, ਤਕਰੀਬਨ 3-4 ਹਜ਼ਾਰ ਜਿਹੜੇ ਡੈਲੀਗੇਟਸ ਆਏ ਨੇ ਪਾਰਲੀਮੈਂਟ ਦੇ, ਉਹਨਾਂ ਨੇ ਅੱਜ ਉੱਥੇ ਲੰਗਰ ਛਕਿਆ ਔਰ ਪੂਰਾ ਮੈਨਿਊ ਫਸਟ ਕਲਾਸ ਮੈਨਿਊ ਬਣਾ ਕੇ ਜਿਹਦੇ 'ਚ 3-4 ਸਬਜ਼ੀਆਂ ਸਨ, ਰਾਈਸ ਸਨ, ਨਾਨ ਸਨ, ਬੜੇ ਸਵਾਦਲੇ ਔਰ ਹਰ ਇੱਕ ਧਰਮ ਦੇ ਲੋਕ ਉੱਥੇ ਖਾ ਕੇ ਖਾਣਾ ਗਏ ਨੇ ਔਰ ਉਹਨਾਂ ਨੇ ਗੁਰੂ ਨਾਨਕ ਦੀ ਧੰਨ ਧੰਨ ਕੀਤੀ ਸਾਰਿਆਂ ਨੇ ਵੀ ਇਹ ਕੌਮ ਮਹਾਨ ਹੈ ਜਿਹੜਾ ਇੱਕ ਭੁੱਖਿਆਂ ਨੂੰ ਜਿਹੜਾ ਹੈ ਨਾ ਉਹ ਭੋਜਨ ਦਿੰਦੇ ਨੇ। ਸੋ ਇਸ ਯੁੱਗ ਦੇ ਵਿੱਚ ਕਿਸੇ ਭੁੱਖੇ ਨੂੰ ਰੋਟੀ ਖਵਾਉਣੀ ਕੋਈ ਛੋਟੀ ਜੀ ਗੱਲ ਨਹੀਂ। ਔਰ ਬਾਬੇ ਨਾਨਕ ਦਾ ਧਰਮ ਤੇ ਇਹ ਵੀ ਕਹਿੰਦਾ ਹੈ ਕਿ ਬਾਬੇ ਨਾਨਕ ਨੂੰ ਭਰਤਰੀ ਜੋਗੀ ਨੇ ਪੁੱਛਿਆ ਸੀ ਕਿ ਤੁਹਾਡਾ ਕੀ ਧਰਮ ਹੈ, ਤੇ ਬਾਬਾ ਨਾਨਕ ਜੀ ਕਹਿੰਦੇ ਸਨ ਮੇਰਾ ਧਰਮ ਹੈ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ। ਔਰ ਇਹ 359 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਾਗ 'ਚ ਮਹਾਰਾਜ ਨੇ ਦਰਜ ਕਰ ਦਿੱਤਾ ਹੈ, ਸਗਲੀ ਜੋਤ ਹਮਾਰੀ ਸਮੀਆਂ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਭਰਤਰ ਜੋਗੀ ਰਾਮ ਨਾਮ ਲਿਵ ਏਕੰ, ਕਿ ਇਹ ਸਾਰੀ ਖੁਦਾਈ ਦੇ ਵਿੱਚ ਉਹ ਪਰਮਾਤਮਾ ਵਸਦਾ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਅਸੀਂ ਸਾਰਿਆਂ ਦੇ ਦੋਸਤ ਹਾਂ, ਅਸੀਂ ਸਾਰਿਆਂ ਦੇ ਮਿੱਤਰ ਹਾਂ। ਤਰਲੋਚਨ ਸਿੰਘ ਜੀ, ਸਿੱਖਾਂ ਦੀ ਹਾਜ਼ਰੀ, ਸਿੱਖ ਪੰਥ ਜਿਸ ਚੜ੍ਹਦੀ ਕਲਾ ਦੇ ਵਿੱਚ ਇੱਥੇ ਮੌਜੂਦ ਹੈ, ਉਹ ਇੱਥੇ ਸਾਰੇ ਅਟੈਂਡੀਜ਼ ਨੂੰ ਮਤਲਬ ਖੁੱਲ੍ਹੇ ਤੌਰ ਤੇ ਦਿਸ ਰਿਹਾ, ਖਾਸ ਕਰਕੇ ਅੱਜ ਦਾ ਜੋ ਲੰਗਰ ਸਾਰਿਆਂ ਨੇ ਛਕਿਆ। ਇੱਥੇ ਜੋ ਲੋਕੀ ਆਏ ਹੋਏ ਹਨ ਉਹਨਾਂ ਨੂੰ ਗੁਰਦੁਆਰਾ ਸਾਹਿਬ ਪੈਲੇਟਾਈਨ ਵੀ ਜਾ ਕੇ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਉਹ ਕੀਰਤਨ ਹੋਏ, ਭਾਵੇਂ ਕੁਝ ਵੀ ਸਮਾਗਮ ਹੋਏ, ਉਹਦਾ ਆਨੰਦ ਲੈਣ ਦਾ ਵੀ ਮੌਕਾ ਮਿਲੇਗਾ। ਕੁਝ ਇਹੋ ਜਿਹੇ ਪ੍ਰੋਗਰਾਮਸ ਆਰਗੇਨਾਈਜ਼ ਹੋਏ ਤਾਂ ਕਿ ਲੋਕੀ ਗੁਰਦੁਆਰਾ ਸਾਹਿਬ ਵੀ ਵਿਜ਼ਿਟ ਕਰ ਸਕਣ। ਹਾਂਜੀ, ਮੈਂ ਇਸ ਮੀਡੀਆ ਦੇ ਥਰੂ ਇਹ ਦੱਸਣਾ ਚਾਹੁੰਦਾ ਕਿ ਇੱਕ ਬੁੱਧਵਾਰ ਦੀ ਜਿਹੜੀ ਈਵਨਿੰਗ ਹੈ ਉਹ ਅਸੀਂ ਇਨਵਾਈਟ ਕੀਤਾ ਸਾਰੀ ਪਾਰਲੀਮੈਂਟ ਨੂੰ, ਜਿੰਨੇ ਵੀ ਸਾਰੇ ਆਪਣੇ ਵਰਲਡ ਤੋਂ ਸਿੱਖ ਆਏ ਨੇ ਇੱਥੇ ਉਹਨਾਂ ਨੂੰ ਵੀ ਤੇ ਨਾਲ ਬਾਕੀ ਧਰਮਾਂ ਨੂੰ ਵੀ, ਜੇ ਕੋਈ ਆਉਣਾ ਚਾਹੁੰਦਾ ਅਸੀਂ ਉਹਦੀ ਟਰਾਂਸਪੋਰਟੇਸ਼ਨ ਦਾ ਵੀ ਅਰੇਂਜ ਕੀਤਾ ਔਰ ਇੱਥੋਂ ਬੱਸਾਂ ਚੱਲਣਗੀਆਂ ਔਰ ਅਸੀਂ ਆਪਣੇ ਗੁਰਦੁਆਰਾ ਸਾਹਿਬ ਪੈਲਾਟਾਈਨ ਦੇ ਵਿੱਚ ਲੈ ਕੇ ਜਾਵਾਂਗੇ। ਉੱਥੇ ਆਪਣਾ ਗੁਰਦੁਆਰਾ ਗੁਰੂ ਘਰ ਦੀ ਸਾਰੀ ਉਹਨਾਂ ਨੂੰ ਮਤਲਬ ਕਿ ਉਹ ਦਿਖਾਵਾਂਗੇ ਵੀ ਕਿਸ ਤਰ੍ਹਾਂ ਅਸੀਂ ਗੁਰੂ ਘਰ ਦਾ ਅੰਦਰ ਬਾਹਰ ਅਸੀਂ ਸਵਾਰ ਕੇ ਰੱਖਿਆ ਔਰ ਗੁਰੂ ਦਾ ਜਿਹੜਾ ਨਾ ਸਤਿਕਾਰ ਉਹ ਸਭ ਤੋਂ ਸਾਡੇ ਵਾਸਤੇ ਪਹਿਲਾ, ਔਰ ਉੱਥੇ ਦੀ ਸੰਗਤ ਜਿਹੜੀ ਕਿੰਨੇ ਪਿਆਰ ਵਾਲੀ ਹੈ ਔਰ ਉੱਥੇ ਅਸੀਂ ਉਹਨਾਂ ਨੂੰ ਕੀਰਤਨ ਵਗੈਰਾ ਜਾਂ ਆਪਣੇ ਜੋ ਬੁਲਾਰੇ ਵੀ ਆਉਣਗੇ ਉੱਥੇ ਉਹਨਾਂ ਨੂੰ ਵੀ ਟਾਈਮ ਦੇਵਾਂਗੇ ਤਾਂ ਕਿ ਉਹ ਆਪਣੇ ਜਿਹੜੇ ਨੇ ਵਲਵਲੇ ਨੇ ਉਹ ਸੰਗਤ ਨਾਲ ਸਾਂਝੇ ਕਰ ਸਕਣ। ਤੇ ਅਸੀਂ ਵੈਸੇ ਵੀ ਤੰਤੀ ਸਾਜ ਦੇ ਜਿਹੜੇ ਕੀਰਤਨੀ ਨੇ ਉੱਥੇ ਮੰਗਾਏ ਨੇ ਔਰ ਉਹ ਕੀਰਤਨ ਵੀ ਆਪਣਾ ਸਰਵਣ ਕਰਵਾਉਣਗੇ ਸੰਗਤ ਨੂੰ। ਸੋ ਇਹ ਮਤਲਬ ਕਿ ਅਸੀਂ ਬੁੱਧਵਾਰ ਦਾ ਦਿਨ ਜਿਹੜਾ ਹੈ ਉਹ 4 ਵਜੇ ਇੱਥੇ ਬੱਸਾਂ ਆ ਜਾਣਗੀਆਂ ਔਰ 31 ਨੰਬਰ ਗੇਟ ਦੇ ਉੱਤੇ ਉਹ ਬੱਸਾਂ ਚੱਲਣੀਆਂ ਨੇ। ਉਹਦੇ ਵਿੱਚ ਸਾਰੀ ਸੰਗਤ ਜਿਹੜੀ ਹੈ ਉਹ ਬੈਠ ਕੇ ਤਕਰੀਬਨ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਓਵਰ 150 ਜਿਹੜੇ ਨੇ ਗੈਸਟ ਉਹ ਉੱਥੇ ਜਾਣਾ ਚਾਹੁੰਦੇ ਨੇ ਪੈਲਾਟਾਈਨ ਗੁਰਦੁਆਰਾ ਸਾਹਿਬ। ਸੋ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਹੈ ਔਰ ਅਸੀਂ ਉਹਨਾਂ ਨੂੰ ਗ੍ਰੀਟ ਵੀ ਕਰਾਂਗੇ। ਹਾਂਜੀ, ਤਰਲੋਚਨ ਸਿੰਘ ਜੀ, ਅਖੀਰ ਦੇ ਵਿੱਚ ਯੂਜੂਅਲੀ ਪ੍ਰੋਗਰਾਮ ਦੇ ਵਿੱਚ ਜਦੋਂ ਇਹ ਵਾਲਾ ਸੈਗਮੈਂਟ ਗੈਸਟ ਦੇ ਨਾਲ ਅਸੀਂ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਕਾਲ ਟੂ ਐਕਸ਼ਨ ਪੁੱਛਦੇ ਹਾਂ ਕਿ ਕੀ ਕਾਲ ਟੂ ਐਕਸ਼ਨ ਅੱਜ ਦੇ ਪ੍ਰੋਗਰਾਮ, ਅੱਜ ਦੇ ਇਵੈਂਟ ਤੋਂ ਦਰਸ਼ਕਾਂ ਲਈ ਤੁਸੀਂ ਕਹਿ ਸਕਦੇ ਹੋ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਉਹਦਾ ਰਿਵਾਈਜ਼ਡ ਵਰਜ਼ਨ ਪੁੱਛਾਂਗੀ ਕਿ ਜਦੋਂ ਅਸੀਂ ਸਿੱਖ ਕਮਿਊਨਿਟੀ ਵੱਲੋਂ ਕਹਿੰਦੇ ਹਾਂ ਕਿ ਸਿੱਖਾਂ ਦੀ ਪਹਿਚਾਣ ਆਪਣੀ ਕਮਿਊਨਿਟੀ ਤੋਂ ਬਾਹਰ ਵੀ ਹੋਣੀ ਚਾਹੀਦੀ ਹੈ, ਉਹਦੀ ਅਹਿਮੀਅਤ ਬਾਰੇ ਤੁਸੀਂ ਥੋੜ੍ਹਾ ਦੱਸੋ। ਜਿੱਦਾਂ ਇਹੋ ਜਿਹੀ ਇਵੈਂਟ ਹੈਗੀ ਜਿੱਥੇ ਕਿੰਨੇ ਬੈਕਗਰਾਊਂਡਸ, ਧਰਮਾਂ ਤੋਂ, ਸੰਸਥਾਵਾਂ ਤੋਂ ਲੋਕੀ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਹੋਏ ਹੈ, ਇੱਥੇ ਸਿੱਖਾਂ ਦੀ ਹਾਜ਼ਰੀ ਇਸ ਲੈਵਲ ਤੱਕ ਕਿ ਪੂਰਾ ਲੰਗਰ ਕਿੰਨੇ ਹਜ਼ਾਰਾਂ ਲੋਕਾਂ ਲਈ 5 ਦਿਨਾਂ ਲਈ ਸਜਿਆ ਹੋਇਆ ਹੈ, ਇੱਥੇ ਸਿੱਖ ਪੰਥ ਦੀ ਹਿਸਟਰੀ ਸੱਜੀ ਹੋਈ ਹੈ, ਇਹਦੀ ਅਹਿਮੀਅਤ ਬਾਹਰਲੀ ਕਮਿਊਨਿਟੀਜ਼ ਨੂੰ ਇਹ ਦਿਖਾਣਾ, ਹਾਊ ਇੰਪੋਰਟੈਂਟ ਐਂਡ ਸਿਗਨੀਫੀਕੈਂਟ ਇਜ਼ ਦੈਟ? ਹਾਂਜੀ, ਇਹਦੇ ਵਿੱਚ ਇਹ ਹੈ ਕਿ ਇੱਕ ਗੁਰੂ ਸਾਹਿਬ ਜੀ ਦਾ ਬਚਨ ਹੈ ਮਾਝ ਰਾਗ ਦੇ ਵਿੱਚ 94 ਅੰਗ ਦੇ ਉੱਤੇ, ਸਭੇ ਸਾਂਝੀਵਾਲ ਸਦਾਇਣ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਕਿ ਜੋ ਵੀ ਇਸ ਧਰਤੀ ਉੱਤੇ ਜੰਮਿਆ ਪੈਦਾ ਹੋਇਆ, ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਉਹ ਸਾਰੇ ਉਸ ਪਰਮਾਤਮਾ ਦੀ ਅੰਸ਼ ਨੇ, ਸਾਰੇ ਇੱਕੋ ਜਿਹੇ ਨੇ। ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਜਿਹੜਾ ਆਪਣਾ ਮੈਂ ਤਕਰੀਬਨ 2 ਮਹੀਨੇ ਤੋਂ 3 ਮਹੀਨੇ ਤੋਂ ਆਪਣੇ ਗੁਰੂ ਘਰ ਦੀ ਸਟੇਜ ਤੋਂ ਵੀ ਇਹ ਅਨਾਉਂਸ ਕਰ ਰਿਹਾ ਹੈਗਾ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਗੁਰੂ ਨਾਨਕ ਦਾ ਜਿਹੜਾ ਉਹ ਸਿੱਖ ਬਣਾਇਆ, ਸਿੱਖ ਧਰਮ ਜਿਹੜਾ ਪੈਦਾ ਕੀਤਾ ਉਹਨਾਂ ਨੇ, ਕਿਉਂਕਿ ਸਾਡੀ ਮਿਸ ਆਇਡੈਂਟੀ ਬਹੁਤ ਹੈ। ਅਸੀਂ ਕੋਈ ਵੀ ਈਵੈਂਟ ਜਿਵੇਂ 9/11 ਹੋਇਆ ਸੀ,
ਉਹਦੇ ਵਿੱਚ ਸਾਡੀ ਮਿਸਡੈਂਟੀ ਹੋਈ, ਸਾਡੇ ਉੱਤੇ ਅਟੈਕ ਹੋਏ, ਕਿਉਂਕਿ ਸਾਨੂੰ ਨਾ ਦੂਜੇ ਧਰਮਾਂ ਦੇ ਨਾਲ ਮਿਕਸ ਕਰ ਦਿੰਦੇ ਨੇ। ਸੋ ਉਹਦੇ ਵਾਸਤੇ ਅਸੀਂ ਇਹ ਜ਼ੋਰ ਲਾਇਆ ਸੰਗਤ ਨੂੰ ਕਹਿ ਕੇ ਕਿ ਆਪਾਂ ਦੀ ਉੱਥੇ ਸ਼ਮੂਲੀਅਤ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਦੱਸ ਸਕੀਏ ਕਿ ਅਸੀਂ ਜੋ ਤੁਸੀਂ ਸਮਝਦੇ ਉਹ ਨਹੀਂ ਹੈਗੇ। ਅਸੀਂ ਗੁਰੂ ਨਾਨਕ ਦਾ ਚਲਾਇਆ ਇੱਕ ਵੱਖਰਾ ਧਰਮ ਆ, ਜਿਹੜੇ ਸਾਰੇ ਸਰਬੱਤ ਦੇ ਭਲੇ ਵਾਸਤੇ ਸਾਡੀ ਅਰਦਾਸ ਹੀ ਰੋਜ਼ ਇੱਥੇ ਖਤਮ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸਾਰੀ ਜਿਹੜੇ ਇਹ ਸਾਨੂੰ ਇੱਕ ਮੌਕਾ ਮਿਲਿਆ ਕਿ ਸਾਰੀ ਦੁਨੀਆ ਦੇ ਇੱਥੇ ਧਰਮ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਹਾਂ ਭਾਈ ਜਿਹੜਾ ਸਿੱਖ ਧਰਮ ਹੈਗਾ, ਜਿਹੜਾ ਬਾਬੇ ਨਾਨਕ ਨੇ ਚਲਾਇਆ, ਗੁਰੂ ਗੋਬਿੰਦ ਸਿੰਘ ਨੇ ਜਿਹਦੇ ਵਿੱਚ ਪਾ ਕੇ ਪਾਣੀ ਇਸ ਬੂਟੇ ਨੂੰ ਹੋਰ ਹਰਾ ਭਰਾ ਕੀਤਾ ਔਰ ਇਹ ਸਿੰਘ ਸਜਾਏ ਨੇ ਉਹਨਾਂ ਨੇ, ਉਹ ਜਿਹੜੇ ਨੇ ਉਹ ਸਾਰਿਆਂ ਦੇ ਭਲੇ ਦੀ ਗੱਲ ਕਰਦੇ ਨੇ ਔਰ ਸਾਰਿਆਂ ਨਾਲ ਉਹ ਪਿਆਰ ਕਰਦੇ ਨੇ ਔਰ ਉਹਨਾਂ ਦੀ ਦਿੱਖ ਵੱਖਰੀ ਹੈ ਸਾਰਿਆਂ ਨਾਲੋਂ ਔਰ ਉਹ ਸਭ ਕੁਝ ਨਵੇਕਲਾ ਕਰਦੇ ਨੇ ਦੁਨੀਆ ਤੋਂ। ਹਾਂਜੀ ਐਂਡ ਦੇਖੋ ਸਿੱਖ ਦੀ ਟੌਰ, ਸਿੰਘ ਦੀ ਟੌਰ ਦੂਰੋਂ ਦਿਸਦੀ ਹੈ ਇਸ ਇਵੈਂਟ ਦੇ ਵਿੱਚ। ਤਰਲੋਚਨ ਸਿੰਘ ਮੁਲਤਾਨੀ ਜੀ, ਜਨਰਲ ਸੈਕਟਰੀ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਪੈਲੇਟਾਈਨ ਇਲੀਨੋਏ ਦੇ ਵਿੱਚ, ਜੋ ਕਿ ਲੋਕਲ ਇੱਥੇ ਆਪ ਦੀ ਐਫਰਟਸ ਪਾ ਰਹੇ ਹਨ ਇਸ ਇਵੈਂਟ ਦੇ ਵਿੱਚ, ਸਿੱਖਾਂ ਦੀ ਹਾਜ਼ਰੀ ਲੈ ਕੇ ਆ ਰਹੇ ਹਨ। ਆਫ ਕੋਰਸ ਇੱਥੇ ਆਏ ਹੋਏ ਅਟੈਂਡੀਜ਼ ਨੂੰ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਵਾਰੀ ਫਿਰ ਅਸੀਂ ਤੁਹਾਡੇ ਧੰਨਵਾਦੀ ਹਾਂ ਐਂਡ ਜੋ ਸਾਰੀ ਕਮੇਟੀ ਮੈਂਬਰਸ ਐਂਡ ਸੇਵਾਦਾਰ ਲੱਗੇ ਹੋਏ ਨੇ ਇਸ ਕੰਮ ਦੇ ਵਿੱਚ, ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਅਮੇਜ਼ਿੰਗ ਜੌਬ, ਥੈਂਕ ਯੂ ਸੋ ਮਚ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਤੁਹਾਨੂੰ ਦੱਸਿਆ, ਸਾਡੀ ਟੀਮ ਜਸ ਪੰਜਾਬੀ ਦੀ ਟੀਮ ਇੱਥੇ ਸ਼ਿਕਾਗੋ ਇਸ ਇਵੈਂਟ ਨੂੰ ਕਵਰ ਕਰ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਹੋਰ ਅਟੈਂਡੀਜ਼ ਅਤੇ ਇੱਥੇ ਪਹੁੰਚੇ ਹੋਏ ਸਿੱਖ ਜਥੇਬੰਦੀਆਂ ਦੇ ਨਾਲ ਗੱਲ ਕਰਾਵਾਂਗੇ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ ashmita@justbroadcasting.com, info@justbroadcasting.com। ਕੱਲ ਇਸੇ ਤਰ੍ਹਾਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਇੱਥੇ ਸ਼ਿਕਾਗੋ ਤੋਂ, ਜਿੱਥੇ ਪਾਰਲੀਮੈਂਟ ਆਫ ਵਰਲਡ ਰਿਲੀਜਨਸ, ਇੱਕ ਇਤਿਹਾਸਿਕ ਇੰਟਰਫੇਥ ਕਾਨਫਰੰਸ ਚੱਲ ਰਹੀ ਹੈ ਪੂਰਾ ਹਫਤਾ। ਅਸੀਂ ਵੀ ਇੱਥੇ ਮੌਜੂਦ ਹਾਂ। ਮਿਲਦੇ ਹਾਂ ਕੱਲ। ਹੁਣ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।